एवरीवन, ਅਸੀਂ ਕਰ ਰਹੇ ਹਾਂ ਬੀਐਡ ਫਸਟ ਈਅਰ ਦਾ ਜੋ ਸਾਡਾ ਟੀਚਿੰਗ ਸਬਜੈਕਟ ਹੈ। ਇੱਥੇ ਆਪਾਂ ਟੀਚਿੰਗ ਆਫ ਪੰਜਾਬੀ ਦੇ ਪੇਪਰ ਦੀ ਗੱਲ ਕਰ ਰਹੇ ਹਾਂ, ਜਿਹਦੇ ਵਿੱਚ ਅਸੀਂ ਆਪਣੀ ਸੈਕੰਡ ਯੂਨਿਟ ਸਟਾਰਟ ਕੀਤੀ ਹੋਈ ਆ। ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਲੈਕਚਰ ਵਿੱਚ ਆਪਾਂ ਲੈਂਗੁਏਜ ਐਕਟੀਵਿਟੀਜ਼ ਦੀ ਗੱਲ ਕੀਤੀ ਸੀਗੀ ਕਿ ਭਾਸ਼ਾ ਸੰਬੰਧੀ ਜਿਹੜੀਆਂ ਕਿਰਿਆਵਾਂ ਨੇ, ਭਾਸ਼ਾ ਸਿੱਖਣ ਵਿੱਚ ਕਿਹੜੀਆਂ-ਕਿਹੜੀਆਂ ਕਿਰਿਆਵਾਂ ਨੇ ਸਾਡੀ ਸਹਾਇਤਾ ਕਰ ਸਕਦੀਆਂ ਨੇ। ਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਕਿ ਮਾਡਰਨ ਮੈਥਡਸ ਆਫ ਟੀਚਿੰਗ ਲੈਂਗੁਏਜ ਕਿ ਜਿਹੜੇ ਆਪਣੀ ਭਾਸ਼ਾ ਨੂੰ ਉਹਨੂੰ ਸਿਖਾਉਣ ਵਿੱਚ, ਭਾਸ਼ਾ ਦਾ ਅਧਿਆਪਨ ਕਰਨ ਵਿੱਚ ਜਿਹੜੇ ਆਪਣੇ ਮਾਡਰਨ ਮੈਥਡਸ ਨੇ, ਜਿਹੜੇ ਆਪਣੇ ਆਧੁਨਿਕ ਸਿੱਖਿਆ ਦੀਆਂ ਵਿਧੀਆਂ ਨੇ, ਉਹ ਕਿਹੜੀਆਂ-ਕਿਹੜੀਆਂ ਹੁੰਦੀਆਂ ਨੇ, ਕੀ ਉਹ ਹੈਲਪ ਕਰਦੀਆਂ ਨੇ ਸਾਡੀ ਭਾਸ਼ਾ ਸਿੱਖਿਆ ਨੂੰ ਸਿਖਾਉਣ ਵਿੱਚ। ਤੇ ਜਿਵੇਂ ਸਭ ਨੂੰ ਪਤਾ ਹੈ ਕਿ ਜਿਹੜੀ ਸਾਡੀ ਸਿੱਖਿਆ ਨੂੰ ਪ੍ਰਭਾਵੀ ਤੇ ਉਪਯੋਗੀ ਬਣਾਉਣ ਵਾਸਤੇ, ਉਹਨੂੰ ਉਪਯੋਗੀ ਤੇ ਪ੍ਰਭਾਵਸ਼ਾਲੀ ਬਣਾਉਣ ਵਾਸਤੇ ਉਹਦੇ ਜਿਹੜੇ ਉਦੇਸ਼ ਹੈ ਉਹ ਪੂਰਨ ਕਰਨ ਵਾਸਤੇ, ਕਿ ਜਿਸ ਉਦੇਸ਼ ਨਾਲ ਆਪਾਂ ਪੜ੍ਹਾ ਰਹੇ ਹਾਂ ਉਸ ਉਦੇਸ਼ ਨੂੰ ਪੂਰਨ ਤੌਰ ਤੇ ਜਿਹੜੇ ਸਫਲ ਉਸ ਬਣਾਉਣ ਲਈ ਕਈ ਤਰ੍ਹਾਂ ਦੀਆਂ ਜਿਹੜੀਆਂ ਸਿੱਖਿਆ ਵਿਧੀਆਂ ਨੇ ਉਹਨਾਂ ਦਾ ਯੂਜ਼ ਕੀਤਾ ਜਾਂਦਾ ਹੈ, ਜਿਹੜੇ ਟੀਚਿੰਗ ਮੈਥਡਸ ਨੇ। ਤਾਂ ਇਸ ਕਰਕੇ ਉਹਨਾਂ ਜਿਹੜੀਆਂ ਵਿਧੀਆਂ ਨੇ, ਜੋ ਵੀ ਵਿਧੀਆਂ ਨੇ, ਉਹਨਾਂ ਦੇ ਪ੍ਰਯੋਗ ਕਰਨ ਦਾ ਇੱਕੋ ਇੱਕ ਸਾਡਾ ਮਤਲਬ ਹੁੰਦਾ ਹੈ ਕਿ ਅਸੀਂ ਕਿਵੇਂ ਇਫੈਕਟਿਵ ਤਰੀਕੇ ਨਾਲ ਅਸੀਂ ਬੱਚਿਆਂ ਨੂੰ ਬਿਨਾਂ ਕਿਸੇ ਬਰਡਨ ਦੇ ਉਹਨਾਂ ਨੂੰ ਜਿਹੜੀ ਭਾਸ਼ਾ ਸਿੱਖਿਆ, ਉਹਨਾਂ ਨੂੰ ਭਾਸ਼ਾ ਸਿੱਖਿਆ ਦੇ ਸਕੀਏ, ਅਸੀਂ ਕਿਸੇ ਵੀ ਭਾਸ਼ਾ ਦਾ ਜਿਹੜਾ ਅਧਿਆਪਨ ਆ ਉਹ ਕਰਵਾ ਸਕੀਏ। ਇਸ ਵਿੱਚ ਆਪਾਂ ਇੱਥੇ ਤਾਂ ਆਪਾਂ ਗੱਲ ਕਰ ਰਹੇ ਹਾਂ ਭਾਸ਼ਾ ਦੀ, ਪਰ ਕੋਈ ਵੀ ਵਿਸ਼ਾ ਜਿਹੜਾ, ਚਾਹੇ ਉਹ ਭਾਸ਼ਾ ਨੂੰ ਲੈ ਕੇ ਆ, ਚਾਹੇ ਉਹ ਸਾਇੰਸ ਟੈਕਨੋਲੋਜੀ ਨੂੰ ਲੈ ਕੇ ਆ, ਚਾਹੇ ਉਹ ਸੋਸ਼ਲ ਸਾਇੰਸਿਸ ਨੂੰ ਲੈ ਕੇ ਆ, ਚਾਹੇ ਉਹ ਮੈਥਮੈਟਿਕਸ ਨੂੰ ਲੈ ਕੇ ਆ, ਇਹ ਜਿਹੜੀਆਂ ਵਿਧੀਆਂ ਨੇ ਇਹ ਹਰ ਇੱਕ ਜਿਹੜੇ ਵਿਸ਼ੇ ਨੂੰ ਲੈ ਕੇ ਵਰਤੀਆਂ ਜਾਣ ਲੱਗੀਆਂ ਨੇ ਤਾਂ ਕਿ ਅਸੀਂ ਬੱਚਿਆਂ ਨੂੰ ਇੱਕ ਪ੍ਰੋਪਰ ਤਰੀਕੇ ਨਾਲ ਸਿਖਾ ਸਕੀਏ, ਉਹਨੂੰ ਪ੍ਰੈਕਟੀਕਲ ਕਰਕੇ ਜਿਹੜਾ ਉਹਨੂੰ ਖੇਡ ਵਿੱਚ ਸਿਖਾ ਸਕੀਏ। ਇੱਕ ਤਾਂ ਉਹਨਾਂ ਨੂੰ ਉਹ ਬਰਡਨ ਵੀ ਨਾ ਲੱਗੇ ਤੇ ਦੂਸਰਾ ਉਹ ਕਿ ਉਹ ਜਲਦੀ ਤੇ ਸੌਖੇ ਤਰੀਕੇ ਨਾਲ ਜਿਹੜੇ ਸਿੱਖ ਜਾਣ। ਇਹਨਾਂ ਜਿਹੜੀਆਂ ਟੀਚਿੰਗ ਮੈਥਡਸ ਹੁੰਦੇ ਨੇ ਲੈਂਗੁਏਜ ਸਿਖਾਉਣ ਵਾਸਤੇ, ਇਹਨਾਂ ਦਾ ਮੇਨ ਮਤਲਬ ਕੀ ਹੁੰਦਾ ਗਾ ਕਿ ਜਿਹੜਾ ਬੱਚਿਆਂ ਦਾ ਧਿਆਨ ਹੈ, ਬੱਚਿਆਂ ਦਾ ਧਿਆਨ ਖਿੱਚ ਸਕੀਏ, ਜਿਹੜੀ ਸਾਡੀ ਟੀਚਿੰਗ ਆ ਉਹ ਚਾਈਲਡ ਸੈਂਟਰਡ ਬਣ ਜਾਵੇ, ਟੀਚਰ ਸੈਂਟਰਡ ਨਾਲੋਂ ਜਿਹੜੀ ਵਧੇਰੇ ਕਿਤੇ ਲਾਭਦਾਇਕ ਹੈ, ਵਧੇਰੇ ਸਫਲ ਹੈ ਕਿਸੇ ਵੀ ਭਾਸ਼ਾ ਨੂੰ, ਕਿਸੇ ਵੀ ਜਾਂ ਹੋਰ ਵਿਸ਼ੇ ਨੂੰ ਸਿਖਾਉਣ ਦੇ ਵਿੱਚ। ਇਸ ਲਈ ਜਿਹੜੇ ਮਾਡਰਨ ਟੀਚਿੰਗ ਮੈਥਡ ਨੇ ਉਹ ਬਹੁਤ ਜ਼ਿਆਦਾ ਜਿਹੜਾ ਮਾਇਨੇ ਰੱਖਦੇ ਨੇ। ਤਾਂ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਮੈਥਡਸ ਨੇ ਉਹਨਾਂ ਦੀ ਗੱਲ ਕਰ ਸਕਦੇ ਹਾਂ ਆਪਾਂ। ਜੇਕਰ ਆਪਾਂ ਗੱਲ ਕਰੀਏ ਕਿ ਕਿਹੜੇ ਜਿਹੜੇ ਵਿਧੀਆਂ ਨੇ, ਜਿਹੜੀਆਂ ਸਿਖਾਉਣ ਦੀਆਂ ਜਿਹੜੀਆਂ ਵਿਧੀਆਂ ਨੇ, ਆਧੁਨਿਕ ਵਿਧੀਆਂ, ਉਹ ਕਿਹੜੀਆਂ ਜਿਹੜੀਆਂ ਸਕੂਲਾਂ ਦੇ ਵਿੱਚ ਵਰਤੀਆਂ ਜਾਂਦੀਆਂ ਨੇ ਅਧਿਆਪਕ ਦੁਆਰਾ, ਉਹਨਾਂ ਵਿੱਚ ਆਪਾਂ ਇੱਕ ਗੱਲ ਕਰਦੇ ਹਾਂ ਮਾਨਤੇਸਰੀ ਵਿਧੀ ਹੈ ਜਿਹੜੀ, ਇੱਕ ਕਿੰਡਰਗਾਰਟਨ ਵਿਧੀ ਆ, ਡੈਲਟਨ ਵਿਧੀ ਹੋ ਗਈ, ਪ੍ਰੋਜੈਕਟ ਵਿਧੀ ਹੋ ਗਈ, ਕਹਾਣੀ ਸੁਣਾਉਣ ਵਾਲੀ ਵਿਧੀ ਹੋ ਗਈ, ਔਰ ਜਿਹੜੀ ਖੇਡ ਵਿਧੀ ਹੋ ਗਈ। ਤੇ ਇਸ ਤਰੀਕੇ ਨਾਲ ਬਹੁਤ ਸਾਰੀਆਂ ਵਿਧੀਆਂ ਨੇ, ਜਿਵੇਂ ਕੋਰਿਲੇਸ਼ਨ ਸਮਵਾਏ ਵਿਧੀ ਹੋ ਗਈ ਤੇ ਵਾਦ ਵਿਵਾਦ ਹੋ ਗਿਆ। ਇਹ ਬਹੁਤ ਸਾਰੀਆਂ ਜਿਹੜੀਆਂ ਵਿਧੀਆਂ ਨੇ ਉਹ ਅਧਿਆਪਕ ਦੇ ਦੁਆਰਾ ਨਾ ਪ੍ਰਯੋਗ ਵਿੱਚ ਲਿਆਈਆਂ ਜਾਂਦੀਆਂ ਨੇ। ਤਾਂ ਅਧਿਆਪਕ ਦਾ ਜਿਹੜਾ ਮੇਨ ਮਤਲਬ ਹੁੰਦਾ ਗਾ, ਜਿਹੜਾ ਮੇਨ ਉਹਦਾ ਮੋਟਿਵ ਹੁੰਦਾ, ਇਹ ਹੁੰਦਾ ਗਾ ਕਿ ਉਹ ਬੱਚਿਆਂ ਨੂੰ ਜੋ ਸਿਖਾਉਣਾ ਚਾਹੁੰਦੇ ਨੇ ਉਹ ਸਿਖਾ ਵੀ ਸਕਣ, ਔਰ ਬੱਚਿਆਂ ਨੂੰ ਇਹ ਵੀ ਨਾ ਲੱਗੇ ਕਿ ਸਾਡੇ ਦਿਮਾਗ ਉੱਪਰ ਜਿਹੜਾ ਜ਼ਿਆਦਾ ਭਾਰ ਪੈ ਰਿਹਾ ਹੈ। ਇਸ ਕਰਕੇ ਜਿਹੜੀਆਂ ਇਹ ਵਿਧੀਆਂ ਨੇ ਉਹ ਵੱਖ-ਵੱਖ ਤਰੀਕੇ ਦੀਆਂ ਵਿਧੀਆਂ ਨੇ। ਆਪਾਂ ਅੱਜ ਆਪਣੀਆਂ ਇੱਕ ਵਿਧੀ ਸਟਾਰਟ ਕਰਦੇ ਹਾਂ, ਜਿਹੜੇ ਵੀ ਆਪਣੇ ਸਿਲੇਬਸ ਦੇ ਅਨੁਸਾਰ ਆਪਾਂ ਨੂੰ ਦੱਸੀਆਂ ਗਈਆਂ ਕਿ ਵਿਧੀਆਂ ਕਰਨ ਵਾਸਤੇ, ਆਪਾਂ ਉਹੀ ਵਿਧੀਆਂ ਨੇ ਜਿਹੜੀਆਂ ਆਪਣੇ ਇਹਨਾਂ ਲੈਕਚਰ 'ਚ ਕਰਾਂਗੇ। ਤਾਂ ਆਪਾਂ ਅੱਜ ਜਿਹੜੀ ਫਸਟ ਵਿਧੀ ਆਪਾਂ ਉਹਦੀ ਕਰਨ ਜਾ ਰਹੇ ਹਾਂ ਪ੍ਰੋਜੈਕਟ ਮੈਥਡ ਦੀ, ਕਿ ਜਿਹੜਾ ਪ੍ਰੋਜੈਕਟ ਮੈਥਡ ਹੈ, ਜਿਹੜਾ ਅੱਜ ਦਾ ਸਾਡਾ ਟੌਪਿਕ ਰਹੂਗਾ ਉਹ ਰਹੂਗਾ ਪ੍ਰੋਜੈਕਟ ਮੈਥਡ ਨੂੰ ਲੈ ਕੇ। ਪ੍ਰੋਜੈਕਟ ਮੈਥਡ ਕਿ ਅਸੀਂ ਅੱਜ ਕਿਹੜੀ ਵਿਧੀ ਕਰਾਂਗੇ? ਅੱਜ ਆਪਾਂ ਜਿਹੜਾ ਪ੍ਰੋਜੈਕਟ ਮੈਥਡ ਆ, ਜਿਹੜੀ ਪ੍ਰੋਜੈਕਟ ਵਿਧੀ ਆ, ਆਪਾਂ ਉਸ ਨੂੰ ਡਿਟੇਲ ਵਿੱਚ ਕਰਾਂਗੇ ਕਿ ਜਿਹੜੀ ਵਿਧੀ ਹੁੰਦੀ ਆ, ਇਹ ਜਿਹੜੀ ਪ੍ਰੋਜੈਕਟ ਵਿਧੀ ਆ ਇਹ ਹੁੰਦੀ ਕੀ ਆ, ਔਰ ਕਿਸ ਨੇ ਜਿਹੜੀ ਇਹਦੀ ਹੋਂਦ ਹੈ, ਕਿਸ ਬੰਦੇ ਨੇ ਜਿਹੜੀ ਇਹਦੀ ਹੋਂਦ ਉਹ ਕਾਇਮ ਕੀਤੀ ਸੀ। ਇਹ ਅੱਜ ਦਾ ਆਪਣਾ ਟੌਪਿਕ ਹੈਗਾ ਟੀਚਿੰਗ ਮਾਡਰਨ ਮੈਥਡ। ਔਰ ਜਿਹੜਾ ਆਪਣਾ ਸਬ ਟੌਪਿਕ ਹੈ ਟੀਚਿੰਗ ਮੈਥਡ ਦੇ ਅੰਦਰ, ਜਿਹੜੇ ਮਾਡਰਨ ਮੈਥਡ ਨੇ ਉਹਦੇ ਅੰਦਰ ਕਰਾਂਗੇ ਆਪਾਂ ਅੱਜ ਪ੍ਰੋਜੈਕਟ ਮੈਥਡ ਤੋਂ। ਅਸੀਂ ਆਪਣੀ ਸ਼ੁਰੂਆਤ ਕਰਨ ਜਾ ਰਹੇ ਹਾਂ ਕਿ ਪ੍ਰੋਜੈਕਟ ਮੈਥਡ ਕੀ ਹੁੰਦਾ। ਦੇਖੋ, ਸਭ ਤੋਂ ਪਹਿਲਾਂ ਜਿਹੜਾ ਪ੍ਰੋਜੈਕਟ ਮੈਥਡ ਸੀਗਾ ਉਹ ਕਿਹਨੇ ਯੂਜ਼ ਕੀਤਾ? ਉਹ ਕੋਲੰਬੀਆ ਯੂਨੀਵਰਸਿਟੀ ਦੇ ਰਿਚਰਡਸ ਨੇ। ਕੋਲੰਬੀਆ ਯੂਨੀਵਰਸਿਟੀ ਦੇ ਜੋ ਪ੍ਰੋਫੈਸਰ ਸਨ ਉਹਨਾਂ ਨੇ, ਰਿਚਰਡਸ ਨੇ ਜਿਹੜਾ ਪ੍ਰੋਜੈਕਟ ਨਾਮ ਦਾ ਸ਼ਬਦ ਸੀ ਉਹ 1900 ਵਿੱਚ ਜਿਹੜਾ ਪ੍ਰਯੋਗ ਕੀਤਾ ਸੀਗਾ। ਆਪਾਂ ਇਹਨੂੰ ਇੱਥੇ ਨੋਟ ਕਰਦੇ ਜਾਂਦੇ ਹਾਂ ਜਿਹੜੇ ਇੰਪੋਰਟੈਂਟ ਇਹਦੇ
ਕੋਲੰਬੀਆ ਯੂਨੀਵਰਸਿਟੀ ਸੀਗੀ। ਜਿਹੜੇ ਉਹਨਾਂ ਦੇ ਪ੍ਰੋਫੈਸਰ ਸੀ ਉਹ ਕਿਹੜੇ ਸਨ? ਕੋਲੰਬੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਸਨ ਰਿਚਰਡਸਨ। ਤਾਂ ਉਹਨਾਂ ਨੇ 1900 ਵਿੱਚ ਜਿਹੜਾ ਪ੍ਰੋਜੈਕਟ ਸ਼ਬਦ ਹੈ, ਪ੍ਰੋਜੈਕਟ ਜਿਹੜਾ ਮੈਥਡ ਆ, ਉਹਨੂੰ ਪਹਿਲੀ ਵਾਰ ਯੂਜ਼ ਕੀਤਾ ਸੀਗਾ। ਕੋਲੰਬੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਸੀ ਰਿਚਰਡ ਸੀਗੇ। ਤਾਂ ਉਹਨਾਂ ਨੇ 1900 ਵਿੱਚ ਜਿਹੜਾ ਇਹ ਪ੍ਰੋਜੈਕਟ ਸ਼ਬਦ ਸੀਗਾ ਉਹ ਪਹਿਲੀ ਵਾਰ ਯੂਜ਼ ਕੀਤਾ ਸੀਗਾ। ਉਸ ਤੋਂ ਬਾਅਦ ਹੋਰ ਬਹੁਤ ਸਾਰੇ ਜਿਹੜੇ ਵਿਦਵਾਨ ਸਨ, ਬਹੁਤ ਸਾਰੇ ਜਿਹੜੇ ਪ੍ਰੋਫੈਸਰ ਸੀ, ਉਹਨਾਂ ਨੇ ਆਪਣੀ ਆਪਣੀ ਟੀਚਿੰਗ ਕੀ ਪ੍ਰੋਜੈਕਟ ਜਿਹੜਾ ਵਿਧੀ ਸੀ, ਪ੍ਰੋਜੈਕਟ ਜਿਹੜੀ ਆਪਣੀ ਮੈਥਡ ਆ ਉਸ ਨੂੰ ਆਪਣੀ ਉਹਦੇ ਵਿੱਚ ਯੂਜ਼ ਕੀਤਾ। ਤਾਂ ਇਹਦਾ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਪ੍ਰਯੋਗ ਕਰਨ ਵਾਲੇ ਸੀਗੇ, ਸਭ ਤੋਂ ਪਹਿਲਾਂ ਇਹਨਾਂ ਨੇ ਸਿਰਫ ਇਹ ਸ਼ਬਦ ਨੂੰ ਯੂਜ਼ ਕੀਤਾ ਸੀਗਾ। ਇਹਨਾਂ ਦਾ ਜਿਹੜਾ ਸਭ ਤੋਂ ਪਹਿਲਾਂ ਪ੍ਰਯੋਗ ਕਦੋਂ ਹੋਇਆ ਸੀਗਾ? 1908 ਵਿੱਚ ਹੋਇਆ ਸੀਗਾ। ਸਟੀਵਸਨ ਨੇ ਇਹਨਾਂ ਦਾ ਜਿਹੜਾ ਪ੍ਰਯੋਗ ਕੀਤਾ ਸੀਗਾ, ਸਭ ਤੋਂ ਪਹਿਲਾਂ ਜਿਹੜਾ ਪ੍ਰਯੋਗ ਸੀਗਾ ਉਹ ਕੀਤਾ ਸੀਗਾ ਸਟੀਵਸਨ ਨੇ 1908 ਵਿੱਚ ਜਿਹੜਾ ਪ੍ਰੋਜੈਕਟ ਮੈਥਡ ਉਹਦੀ ਵਰਤੋਂ ਕੀਤੀ ਸੀਗੀ। ਉਸ ਤੋਂ ਬਾਅਦ ਹੋਰ ਜਿਵੇਂ ਕਿਲਪੈਟਰਿਕ ਹੋ ਗਏ, ਉਹਨਾਂ ਨੇ ਜਿਹੜੀ ਇਹਦੀ ਵਰਤੋਂ ਕਰਨੀ ਸਟਾਰਟ ਕਰ ਦਿੱਤੀ। ਤੇ ਪਰ ਜਿਹੜਾ ਇਹਦਾ ਬਹੁਤ ਜ਼ਿਆਦਾ ਆਪਾਂ ਕਹਿ ਦਈਏ ਕਿ ਵਿਆਪਕ ਤੌਰ ਤੇ ਜਿਹੜਾ ਇਹਦਾ ਪ੍ਰਯੋਗ ਹੋਣਾ ਸ਼ੁਰੂ ਹੋਇਆ ਸੀ, ਉਹਦਾ ਸਿਰਾ ਜੌਨ ਡੇਵੀ ਨੂੰ ਜਾਂਦਾ ਗਾ। ਜੌਨ ਡੇਵੀ ਤੇ ਕਿਲਪੈਟਰਿਕ ਨੇ ਇਹਨੂੰ ਇੱਕ ਵੱਡੇ ਲੈਵਲ ਤੇ ਜਾਂ ਇੱਕ ਕਹਿ ਦਈਏ ਵੱਡੇ ਪੈਮਾਨੇ ਤੇ ਇਹਨੂੰ ਸ਼ੁਰੂ ਕਰਤਾ ਸੀਗਾ। ਤੇ ਇਹਦਾ ਜਿਹੜਾ ਵੱਡੇ ਪੈਮਾਨੇ ਤੇ ਸ਼ੁਰੂ ਕਿਹਨੇ ਕੀਤਾ ਸੀਗਾ? ਉਹ ਕਿਲਪੈਟਰਿਕ ਨੇ ਅਤੇ ਜੌਨ ਡੇਵੀ ਨੇ ਜਿਹੜਾ ਇਹਦਾ ਪ੍ਰਯੋਗ ਆ ਉਹ ਬਹੁਤ ਹੀ ਵੱਡੇ ਜਿਹੜੇ ਪੱਧਰ ਤੇ ਉਹ ਕਰਨਾ ਸਟਾਰਟ ਕੀਤਾ ਸੀਗਾ। ਜੌਨ ਡੇਵੀ ਨੇ। ਤੇ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਰਿਚਰਡ ਸੀਗੇ ਜਾਂ ਫਿਰ ਜੌਨ ਡੇਵੀ ਸੀ ਜਾਂ ਕਿਲਪੈਟਰਿਕ ਸੀ, ਕੋਈ ਵੀ ਵਿਦਵਾਨ ਸੀ, ਕੋਈ ਵੀ ਜਿਹੜੇ ਪ੍ਰੋਫੈਸਰ ਸੀ, ਉਹਨਾਂ ਦਾ ਕਹਿਣਾ ਸੀਗਾ ਕਿ ਇਹਦੀ ਸਹਾਇਤਾ ਨਾਲ, ਪ੍ਰੋਜੈਕਟ ਵਿਧੀ ਦੀ ਸਹਾਇਤਾ ਨਾਲ ਬੱਚਾ ਕੀ ਕਰਦਾ, ਆਪਣੀ ਜਿਹੜਾ ਸਮੱਸਿਆ ਦਾ ਹੱਲ ਹੈ ਉਹਦੇ ਵਿੱਚ ਬੱਚਾ ਬੜੇ ਹੀ ਇੱਕ ਸਟੈਪ ਬਾਏ ਸਟੈਪ, ਮਤਲਬ ਕਹਿੰਦੇ ਇੱਕ ਪੂਰਨ ਤਰੀਕੇ ਨਾਲ ਜਿਹੜੀ ਆਪਣੀ ਸਮੱਸਿਆ ਦਾ ਹੱਲ ਖੋਜ ਲੈਂਦੇ ਸੀ। ਹੁਣ ਗੱਲ ਆਉਂਦੀ ਹੈ ਕਿ ਪ੍ਰੋਜੈਕਟ ਮੈਥਡ ਇੰਨੇ ਜਾਣਿਆਂ ਨੇ ਵਰਤ ਲਿਆ, ਆਪਣੀ ਐਜੂਕੇਸ਼ਨ ਵਿੱਚ ਵਰਤ ਗਿਆ, ਕਿ ਇਹ ਰੀਅਲ ਵਿੱਚ ਜਿਹੜਾ ਪ੍ਰੋਜੈਕਟ ਮੈਥਡ ਇਹ ਕੀ ਹੁੰਦਾ ਗਾ? ਪ੍ਰੋਜੈਕਟ ਮੈਥਡ ਇੱਕ ਇਹੋ ਜਿਹੀ ਚੀਜ਼ ਆ, ਇਹੋ ਜਿਹਾ ਮਤਲਬ ਤਰੀਕਾ ਗਾ ਜਿਹਦੇ ਵਿੱਚ ਬੱਚਿਆਂ ਨੂੰ ਆਪਾਂ ਕੋਈ ਟੌਪਿਕ ਦੇ ਦਿੰਦੇ ਹਾਂ, ਆਪਾਂ ਉਹਨੂੰ ਕਹਿੰਦੇ ਕਿ ਇਹਦੇ ਉੱਤੇ ਆਪਾਂ ਤੁਸੀਂ ਪੂਰਾ ਪ੍ਰੋਜੈਕਟ ਬਣਾਉਣਾ। ਤਾਂ ਉਹ ਕਈ ਬੱਚੇ ਰਲ ਮਿਲ ਕੇ ਵੀ ਬਣਾ ਸਕਦੇ ਆ, ਗਰੁੱਪ ਬਣਾ ਕੇ ਵੀ ਆਪਾਂ ਉਹਨਾਂ ਨੂੰ ਪ੍ਰੋਜੈਕਟ ਦੇ ਸਕਦੇ ਹਾਂ। ਇਹ ਕੀ ਆ, ਜ਼ਰੂਰੀ ਨਹੀਂ ਹੈਗਾ ਕਿ ਆਪਾਂ ਇੱਕ ਜੇ ਭਾਸ਼ਾ ਸਿਖਾਉਂਦੇ ਹਾਂ ਤਾਂ ਆਪਾਂ ਸਿਰਫ ਉਹਦੇ ਵਿੱਚ ਭਾਸ਼ਾ ਦਾ ਹੀ ਦੇਈਏ, ਉਹਦੇ ਵਿੱਚ ਕਿਸੇ ਹੋਰ ਵਿਸ਼ੇ ਨੂੰ ਵੀ ਆਪਾਂ ਐਡ ਕਰ ਸਕਦੇ ਹਾਂ, ਜਿਹਦੇ ਨੇ ਭਾਸ਼ਾ ਤਾਂ ਬੱਚਾ ਸਿੱਖਦਾ ਹੀ ਸਿੱਖਦਾ ਗਾ, ਤੇ ਨਾਲ ਦੇ ਨਾਲ ਜਿਹੜਾ ਦੂਸਰਾ ਵਿਸ਼ਾ ਉਹਦਾ ਵੀ ਜਿਹੜਾ ਗਿਆਨ ਆ ਉਹ ਵੀ ਮਤਲਬ ਡੂੰਘਾਈ ਨਾਲ ਲੈ ਸਕਦਾ, ਇੱਕ ਪ੍ਰੈਕਟੀਕਲੀ ਤੌਰ ਤੇ ਲੈ ਸਕਦਾ। ਜਿਵੇਂ ਆਪਾਂ ਗੱਲ ਕਰਦੇ ਹਾਂ ਭਾਸ਼ਾ ਨੂੰ ਲੈ ਕੇ, ਤਾਂ ਭਾਸ਼ਾ ਲਈ ਆਪਾਂ ਕਿਸੇ ਜਿਹੜਾ ਸਾਹਿਤਕਾਰ ਹੁੰਦੇ ਨੇ ਉਹਨਾਂ ਦੀ ਆਪਾਂ ਜੀਵਨੀ ਬਾਰੇ ਗੱਲ ਕਰ ਸਕਦੇ ਹਾਂ ਕਿ ਤੁਸੀਂ ਉਹਨਾਂ ਦੀ ਜੀਵਨੀ ਬਾਰੇ ਕੋਈ ਨਾਟਕ ਖੇਡ ਕੇ ਦਿਖਾਓ। ਇਹ ਵੀ ਕੀ ਹੈ, ਇੱਕ ਪ੍ਰੋਜੈਕਟ ਆ ਉਹਨਾਂ ਦਾ। ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕੋਈ ਹੋਰ ਵਿਸ਼ਾ ਵਸਤੂ ਨਾਲ ਲੈ ਸਕਦੇ ਹਾਂ ਕਿ ਇੱਕ ਵਾਤਾਵਰਣ ਤੇ ਤੁਸੀਂ ਪ੍ਰੋਜੈਕਟ ਬਣਾਉਣਾ ਗਾ, ਕਿ ਅੱਜ ਦੇ ਹਾਲਾਤ ਜਿਹੜਾ ਪ੍ਰਦੂਸ਼ਣ ਆ ਉਹਨੂੰ ਲੈ ਕੇ ਤੁਸੀਂ ਪ੍ਰੋਜੈਕਟ ਬਣਾ ਕੇ ਦਿਖਾਉਣਾ ਗਾ। ਤੇ ਇਹਦੇ ਵਿੱਚ ਬੱਚੇ ਕੀ ਕਰਦੇ ਨੇ, ਇੱਕ ਦੂਜੇ ਦੀ ਹੈਲਪ ਲਈ ਪ੍ਰੋਜੈਕਟ, ਜਿਵੇਂ ਹੁਣ ਨਾਟਕ ਵਗੈਰਾ ਹੋ ਗਿਆ, ਉਹ ਤਾਂ ਇੱਕ ਨਾਟਕ ਖੇਡ ਕੇ ਦਿਖਾਉਂਦੇ ਨੇ, ਉਹਦਾ ਪੂਰਾ ਜਿਹੜਾ ਜੀਵਨ ਦਾ ਬਿਰਤਾਂਤ ਆ ਉਹ ਖੇਡ ਕੇ ਦਿਖਾਉਂਦੇ ਨੇ ਨਾਟਕ ਰਾਹੀਂ। ਤੇ ਅਗਰ ਆਪਾਂ ਗੱਲ ਕਰਦੇ ਹਾਂ ਜਿਵੇਂ ਇਨਵਾਇਰਨਮੈਂਟ ਨੂੰ ਲੈ ਕੇ ਪ੍ਰੋਜੈਕਟ ਬਣਾਉਣਾ, ਤਾਂ ਉਹ ਬਹੁਤ ਸਾਰੀਆਂ ਵਸਤੂਆਂ ਦੀ ਸਹਾਇਤਾ ਨਾਲ ਉਹ ਇੱਕ ਪੂਰਾ ਪ੍ਰੋਜੈਕਟ ਬਣਾਉਂਦੇ ਨੇ, ਬੱਚੇ ਰਲ ਮਿਲ ਕੇ ਉੱਥੇ ਕੰਮ ਕਰਦੇ ਨੇ। ਤਾਂ ਸਿੱਧੇ ਤੌਰ ਤੇ ਇਹਦਾ ਜਿਹੜਾ ਮੈਥਡ ਆ ਉਹਦੇ ਵਿੱਚ ਆਪਾਂ ਇਹ ਗੱਲ ਕਰ ਸਕਦੇ ਹਾਂ ਕਿ ਜਿਹੜਾ ਬੱਚਾ ਆਪਣੀ ਸਮੱਸਿਆਵਾਂ ਦਾ ਜਿਹੜਾ ਹੱਲ ਹੈ ਉਹ ਇਹਦੇ ਵਿੱਚ ਕੱਢਦਾ ਗਾ। ਤੇ ਜਿਵੇਂ ਕਿਲਪੈਟਰਿਕ ਮੁੱਖ ਤੌਰ ਤੇ ਕਹਿੰਦੇ ਨੇ, ਉਹ ਕਹਿੰਦੇ ਨੇ ਕਿ ਇਹ ਬੱਚਿਆਂ ਵਿੱਚ ਮਤਲਬ ਸੋਚਣ ਦੀ ਸ਼ਕਤੀ, ਤਰਕ ਜਿਹੜੀ ਸ਼ਕਤੀ ਆ ਉਹਦਾ ਜਿਹੜਾ ਵਿਕਾਸ ਕਰਨ ਵਿੱਚ ਬਹੁਤ ਜ਼ਿਆਦਾ ਸਹਾਇਕ ਹੁੰਦਾ ਗਾ। ਤੇ ਜੋ ਸਟੀਵਸਨ ਨੇ ਉਹ ਕਹਿੰਦੇ ਨੇ ਕਿ ਸਕੂਲਾਂ ਵਿੱਚ ਖੇਤੀਬਾੜੀ ਦੇ ਪਾਠਕ੍ਰਮ ਨੂੰ ਇਸ ਤੇ ਜਿਹੜਾ ਪ੍ਰੋਜੈਕਟ ਆ ਉਸ ਨੂੰ ਲਾਗੂ ਕੀਤਾ ਜਾਵੇ, ਬੱਚਿਆਂ ਨੂੰ ਪ੍ਰੈਕਟੀਕਲੀ ਤੌਰ ਤੇ ਜਿਹੜੀ ਖੇਤੀਬਾੜੀ ਵਿੱਚ ਜਿਵੇਂ ਫਸਲਾਂ ਨੂੰ ਲੈ ਕੇ ਮੌਸਮ ਦਾ ਬਦਲਾਅ ਕਿਹੜੀ ਫਸਲ ਨੂੰ ਕਿਵੇਂ ਇਫੈਕਟ ਕਰਦਾ, ਕਿ ਉਹਨੂੰ ਇੱਕ ਪ੍ਰੋਜੈਕਟ ਰਾਹੀਂ ਉਹਨਾਂ ਨੂੰ ਦੱਸਿਆ ਜਾਵੇ। ਤੇ ਕਿਲਪੈਟਰਿਕ ਨੇ ਇਸ ਨੂੰ ਹੋਰ ਜਿਹੜੇ ਬਾਕੀ ਵਿਸ਼ੇ ਰਹਿ ਗਏ ਉਹਨਾਂ ਵਿੱਚ ਵੀ ਜਿਹੜਾ ਯੂਜ਼ ਕਰਨ ਵਾਸਤੇ ਕਿਹਾ ਗਾ। ਤਾਂ ਸਟੀਵਸਨ ਨੇ ਕੀ ਕਿਹਾ ਗਾ, ਜਿਹੜੇ ਸਟੀਵਸਨ ਕਹਿੰਦੇ ਨੇ ਕਿ ਖੇਤੀਬਾੜੀ ਦੇ ਵਿਸ਼ਿਆਂ ਵਿੱਚ
ਖੇਤੀਬਾੜੀ ਦੇ ਵਿਸ਼ੇ ਵਿੱਚ ਇਹਨੂੰ ਖਾਸ ਕਰਕੇ ਯੂਜ਼ ਕੀਤਾ ਜਾਵੇ। ਤੇ ਜਿਹੜੇ ਕਿਲਪੈਟ੍ਰਿਕ ਨੇ ਉਹ ਕਹਿੰਦੇ ਨੇ ਜਿਹੜੇ ਹੋਰ ਵਿਸ਼ੇ ਨੇ ਉਹਨਾਂ ਵਿੱਚ ਵੀ ਕੀ ਹੈ ਇਹਨੂੰ ਪੂਰਨ ਤੌਰ ਤੇ ਲਾਗੂ ਕੀਤਾ ਜਾਵੇ। ਜੇਕਰ ਆਪਾਂ ਗੱਲ ਕਰੀਏ ਕਿ ਜਿਹੜੇ ਵਿਦਵਾਨ ਨੇ ਉਹਨਾਂ ਨੇ ਪਰਿਭਾਸ਼ਾ ਕਿਵੇਂ ਦਿੱਤੀ ਆ, ਜਿਹੜਾ ਆਪਣਾ ਪ੍ਰੋਜੈਕਟ ਮੈਥਡ ਆ, ਜਿਹੜੀ ਆਪਣੀ ਪ੍ਰੋਜੈਕਟ ਵਿਧੀ ਉਹਦੀ ਕੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿਲਪੈਟ੍ਰਿਕ ਦੀ। ਕਿਲਪੈਟ੍ਰਿਕ ਨੇ ਆਪਣੀ ਪਰਿਭਾਸ਼ਾ ਦਿੰਦੇ ਹੋਏ ਕੀ ਕਿਹਾ, ਕਿਲਪੈਟ੍ਰਿਕ ਕਹਿੰਦੇ ਨੇ ਕਿ ਪ੍ਰੋਜੈਕਟ ਇੱਕ ਅਜਿਹੀ ਉਦੇਸ਼ਪੂਰਨ ਕਿਰਿਆ ਹੈ ਜਿਸ ਨੂੰ ਸਮਾਜਿਕ ਵਾਤਾਵਰਣ ਵਿੱਚ ਪੂਰਨ ਲਗਨ ਨਾਲ ਕੀਤਾ ਜਾਂਦਾ ਹੈ। ਪੂਰਨ ਲਗਨ ਨਾਲ ਮਤਲਬ ਪੂਰੀ ਜਿਹੜੀ ਡੀਪਲੀ ਉਹਦੀ ਨੌਲੇਜ ਆ ਉਹਨੂੰ ਲੈ ਕੇ ਕੀਤਾ ਜਾਂਦਾਗਾ। ਤੇ ਅੱਗੇ ਸਟੀਵਸਨ ਕਹਿੰਦੇ ਨੇ, ਅੱਗੇ ਆਪਾਂ ਗੱਲ ਕਰਦੇ ਹਾਂ ਸਟੀਵਸਨ ਦੀ ਕਿ ਸਟੀਵਸਨ ਨੇ ਇਸ ਬਾਰੇ ਕੀ ਵਿਚਾਰ ਦਿੱਤੇ ਨੇ। ਸਟੀਵਸਨ ਨੇ ਕਿਹਾ ਹੈ ਕਿ ਪ੍ਰੋਜੈਕਟ ਇੱਕ ਸਮੱਸਿਆ ਪੂਰਨ ਕਾਰਜ ਹੈ, ਮਤਲਬ ਉਹਦੇ ਉੱਤੇ ਬੱਚੇ ਨੂੰ ਇੱਕ ਸਮੱਸਿਆ ਦਿੱਤੀ ਜਾਂਦੀ ਹੈ ਜਿਸ ਨੂੰ ਉਹ ਪ੍ਰਕਿਰਤਿਕ ਜਿਹੜੀ ਸਥਿਤੀ ਹੈ ਉਹਦੇ ਵਿੱਚ ਪੂਰਾ ਕਰਦਾ ਹੈ, ਇੱਕ ਮਤਲਬ ਨੈਚੁਰਲ ਵੇ ਨਾਲ ਉਹ ਪੂਰਾ ਕਰਦਾ ਹੈ। ਇੱਕ ਸਮੱਸਿਆ ਪੂਰਨ ਜਿਹੜੇ ਕਾਰਜ ਆ ਉਹ ਹੈਗਾ ਔਰ ਉਹਨੂੰ ਪ੍ਰਾਕਿਰਤਿਕ ਤਰੀਕੇ ਨਾਲ ਜਿਹੜਾ ਉਹ ਪੂਰਾ ਕਰਦਾ। ਹੁਣ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਇਸ ਦੀਆਂ ਜਿਹੜੀਆਂ ਵਿਸ਼ੇਸ਼ਤਾਵਾਂ ਨੇ, ਇਹਦੀਆਂ ਕਰੈਕਟਰਿਸਟਿਕਸ ਕੀ ਹੋ ਸਕਦੀਆਂ ਨੇ। ਤਾਂ ਜੇਕਰ ਆਪਾਂ ਕਰੈਕਟਰਿਸਟਿਕਸ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਕੀ ਆ, ਜਿਹੜਾ ਇੱਕ ਤਾਂ ਡੀਪਲੀ ਨੌਲੇਜ ਦਿੰਦਾਗਾ ਜਿਹੜਾ ਪ੍ਰੋਜੈਕਟ ਹੁੰਦਾਗਾ। ਦੂਸਰਾ ਕੀ ਆ, ਬੱਚੇ ਖੇਡ ਵਿੱਚ ਸਿੱਖ ਲੈਂਦੇ ਨੇ ਔਰ ਬੱਚਿਆਂ ਨੂੰ ਕੀ ਆ ਇੱਕ ਦੂਜੇ ਦੀ ਜਿਹੜੀ ਹੈਲਪ ਦੀ ਜਿਹੜੀ ਜ਼ਰੂਰਤ ਹੁੰਦੀ ਆ ਉਹ। ਹੁਣ ਆਪਾਂ ਗੱਲ ਕਰਦੇ ਆ ਪ੍ਰੋਜੈਕਟ ਦੀਆਂ ਜਿਹੜਾ ਮੈਥਡ ਉਹਦੀਆਂ ਵਿਸ਼ੇਸ਼ਤਾਵਾਂ ਦੀ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਸਕੂਲ ਨੂੰ ਇੱਕ ਲਘੂ ਸਮਾਜ ਬਣਾ ਲੈਣਾ ਚਾਹੀਦਾ। ਲਘੂ ਸਮਾਜ ਦਾ ਮਤਲਬ ਕੀ ਹੁੰਦਾਗਾ, ਇੱਕ ਕੀ ਸੁਸਾਇਟੀ ਦੇ ਵਾਂਗ ਸਕੂਲ ਨੂੰ ਹੋਣਾ ਚਾਹੀਦਾਗਾ ਜਿੱਥੇ ਬੱਚੇ ਸਾਰੇ ਇਸ ਸਮੱਸਿਆਵਾਂ ਤੇ ਜਿਹੜਾ ਰਲ ਮਿਲ ਕੇ ਕੰਮ ਕਰਦੇ ਨੇ। ਉਹ ਰਲ ਮਿਲ ਕੇ ਕੰਮ ਕਰਨ ਨਾਲ ਕੀ ਫਾਇਦਾ ਹੁੰਦਾ, ਇੱਕ ਤਾਂ ਉਹਨਾਂ ਨੂੰ ਕੰਮ ਕਰਕੇ ਰਲ ਮਿਲ ਕੇ ਕੰਮ ਕਰਨ ਦੀ ਆਦਤ ਪੈਂਦੀ ਆ, ਦੂਸਰੀ ਇੱਕ ਦੂਜੇ ਦੀ ਜਿਹੜੀ ਸਹਾਇਤਾ ਕਰਨ ਦੀ ਜਿਹੜੀ ਆਦਤ ਆ ਉਹਨਾਂ ਨੂੰ ਉਹ ਪੈ ਜਾਂਦੀ ਆ। ਇਸ ਵਿੱਚ ਵਿਦਿਆਰਥੀ ਭਿੰਨ ਕਿਰਿਆਵਾਂ ਦੁਆਰਾ, ਮਤਲਬ ਹਰ ਇੱਕ ਵਿਦਿਆਰਥੀ ਦੇ ਜਿਹੜੇ ਵਿਚਾਰ ਨੇ ਉਹ ਅਲੱਗ-ਅਲੱਗ ਹੁੰਦੇ ਨੇ। ਹਰ ਇੱਕ ਵਿਚਾਰਾਂ ਦਾ ਜਿਹੜਾ ਇੱਕ ਦੂਜੇ ਨੂੰ ਮਿਲ ਕੇ ਇੱਕ ਦੂਜੇ ਦੇ ਵਿਚਾਰ ਲੈ ਕੇ ਕੀ ਇਹ ਜਿਹੜਾ ਪ੍ਰੋਜੈਕਟ ਹੈ ਉੱਥੇ ਸਮੱਸਿਆ ਦਾ ਜਿਹੜਾ ਹੱਲ ਕੀਤਾ ਜਾਂਦਾ ਹੈ। ਤੇ ਇਸ ਕਰਕੇ ਸਮਾਜ ਨੂੰ ਇੱਕ ਲਘੂ ਸਮਾਜ ਦਾ ਜਿਹੜਾ ਰੂਪ ਆ ਉਹ ਪ੍ਰਦਾਨ ਕਰ ਦੇਣਾ ਚਾਹੀਦਾ ਸਕੂਲ ਨੂੰ। ਤੇ ਉੱਥੇ ਜਿੱਥੇ ਬੱਚੇ ਬਿਨਾਂ ਕਿਸੇ ਦਿੱਕਤ ਦੇ ਰਲ ਮਿਲ ਕੇ ਕੰਮ ਕਰ ਸਕਣ। ਅੱਗੇ ਆਪਾਂ ਗੱਲ ਕਰ ਸਕਦੇ ਹਾਂ ਕਿ ਖੇਡ ਵਿੱਚ ਸਿੱਖਣਾ। ਦੂਜੀ ਗੱਲ ਆ ਜਾਂਦੀ ਹੈ ਖੇਡ ਵਿੱਚ ਸਿੱਖਣਾ। ਇਹਦੇ ਵਿੱਚ ਕੀ ਹੁੰਦਾਗਾ ਕਿ ਬੱਚਿਆਂ ਦੇ ਮਾਨਸਿਕ ਪੱਧਰ ਦੇ ਅਨੁਸਾਰ ਉਹਨਾਂ ਨੂੰ ਜਿਹੜਾ ਪ੍ਰੋਜੈਕਟ ਆ ਉਹ ਦੇਣਾ ਚਾਹੀਦਾਗਾ। ਹੁਣ ਛੋਟੇ ਬੱਚਿਆਂ ਨੂੰ ਕਿਸੇ ਮਤਲਬ ਕਿ ਆਪਾਂ ਕਹਿ ਦਈਏ ਔਖਾ ਟੌਪਿਕ ਨਹੀਂ ਦੇਣਾ ਚਾਹੀਦਾ ਕਿ ਤੁਸੀਂ ਇਸ ਟੌਪਿਕ ਤੇ ਪ੍ਰੋਜੈਕਟ ਬਣਾਓ। ਇਸ ਕਰਕੇ ਬੱਚਿਆਂ ਦੀ ਉਮਰ ਦੇ ਲਿਹਾਜ਼ ਨਾਲ, ਬੱਚਿਆਂ ਦੀ ਕਲਾਸ ਦੇ ਹਿਸਾਬ ਨਾਲ ਉਹਨਾਂ ਨੂੰ ਕੀ ਆ ਪ੍ਰੋਜੈਕਟ ਜਿਹੜਾ ਦੇਣਾ ਚਾਹੀਦਾ ਤਾਂ ਜੋ ਬੱਚੇ ਖੇਡ ਵਿੱਚ ਸਿੱਖ ਸਕਣ, ਉਹਨਾਂ ਉੱਪਰ ਫਾਲਤੂ ਦਾ ਕੋਈ ਬਰਡਨ ਨਾ ਆਵੇ। ਅੱਗੇ ਆਪਾਂ ਗੱਲ ਕਰਦੇ ਹਾਂ ਮਨੋਵਿਗਿਆਨ ਉੱਤੇ ਆਧਾਰਿਤ। ਜਿਹੜੀ ਇਹ ਵਿਧੀ ਆ ਉਹ ਮਨੋਵਿਗਿਆਨ ਉੱਤੇ ਆਧਾਰਿਤ ਹੈ। ਮਨੋਵਿਗਿਆਨ ਉੱਤੇ ਆਧਾਰਿਤ ਕਿਵੇਂ ਆ ਕਿ ਇੱਥੇ ਬੱਚਿਆਂ ਦੀ ਉਮਰ ਦੇ ਹਿਸਾਬ ਨਾਲ, ਬੱਚਿਆਂ ਦੀ ਜਿਹੜੀ ਨੌਲੇਜ ਦੇ ਹਿਸਾਬ ਨਾਲ, ਉਹਨਾਂ ਦੇ ਮਾਨਸਿਕ ਪੱਧਰ ਦੇ ਹਿਸਾਬ ਨਾਲ ਕੀ ਆ ਜਿਹੜੇ ਆ ਪ੍ਰੋਜੈਕਟ ਨੇ ਉਹ ਦਿੱਤੇ ਜਾਂਦੇ ਨੇ। ਇਸ ਕਰਕੇ ਕੀ ਆ ਇਹ ਮਨੋਵਿਗਿਆਨ ਉੱਤੇ ਆਧਾਰਿਤ ਵਿਧੀ ਆ। ਇੱਥੇ ਬੱਚੇ ਜਿਹੜੇ ਪੂਰੇ ਇੰਟਰਸਟ ਨਾਲ ਇੱਕ ਨੈਚੁਰਲ ਵੇ ਨਾਲ ਜਿਹੜਾ ਉਹਨਾਂ ਨੂੰ ਕੰਮ ਦਿੱਤਾ ਜਾਂਦਾ ਉਹ ਇੱਕ ਪ੍ਰਕਿਰਤਿਕ ਤਰੀਕੇ ਨਾਲ ਜਿਹੜੀ ਸਮੱਸਿਆ ਦਾ ਹੱਲ ਉਹ ਕਰਦੇ ਨੇ। ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਇਹ ਵਿਧੀ ਉਹ ਮਨੋਵਿਗਿਆਨ ਉੱਤੇ ਆਧਾਰਿਤ ਹੈ ਤੇ ਬੱਚਿਆਂ ਦੀ ਜਿਹੜੀ ਵਿਅਕਤੀਗਤ ਭਿੰਨਤਾਵਾਂ ਨੇ ਜਾਂ ਬੱਚਿਆਂ ਦੇ ਜਿਹੜੇ ਵਿਚਾਰਾਂ 'ਚ ਡਿਫਰੈਂਸਿਸ ਨੇ, ਹਰ ਇੱਕ ਬੱਚੇ ਦੇ ਵਿਚਾਰ ਦੇ ਜਿਹੜੇ ਉਹ ਆਪਣੇ ਪ੍ਰੋਜੈਕਟ ਵਿੱਚ ਪਾਉਣ ਦੀ ਕੋਸ਼ਿਸ਼ ਕਰਦਾ ਹੈ। ਤਾਂ ਬੱਚੇ ਇੱਥੇ ਰਲ ਮਿਲ ਕੇ ਖੇਡ ਦੁਆਰਾ ਇੱਕ ਮਤਲਬ ਆਪਣੀਆਂ ਜਿਹੜੀਆਂ ਲੋੜੀਂਦੀਆਂ ਹੁੰਦੀਆਂ ਨੇ, ਜ਼ਰੂਰਤਾਂ ਹੁੰਦੀਆਂ ਨੇ, ਉਹਨਾਂ ਨੂੰ ਪੂਰਾ ਕਰਦੇ ਹੋਏ ਕਿ ਇਹ ਪ੍ਰੋਜੈਕਟ ਜਿਹੜਾ ਬਣਾ ਲੈਂਦੇ ਨੇ। ਫਿਰ ਆਪਾਂ ਗੱਲ ਕਰਦੇ ਹਾਂ ਕਿ ਭਾਸ਼ਾ ਵਿੱਚ ਇਹਦਾ ਕੀ ਪ੍ਰਯੋਗ ਹੈ। ਦੇਖੋ ਜ਼ਰੂਰੀ ਨਹੀਂ ਕਿ ਜਿਹੜਾ ਹਰ ਪ੍ਰੋਜੈਕਟ ਉਹ ਭਾਸ਼ਾ ਤੇ ਆਧਾਰਿਤ ਹੋਵੇ। ਜਿਹੜੇ ਬਾਕੀ ਵਿਸ਼ਿਆਂ ਦੇ ਆਧਾਰਿਤ ਪ੍ਰੋਜੈਕਟ ਨੇ ਉਹਦੇ ਵਿੱਚ ਵੀ ਕੀ ਆ ਜਿਹੜਾ ਮੀਡੀਅਮ ਹੁੰਦਾ ਉਹ ਤਾਂ ਇੱਕ ਭਾਸ਼ਾ ਹੀ ਹੁੰਦੀ ਹੈ। ਤਾਂ ਬਾਕੀ ਵਿਸ਼ਿਆਂ ਵਿੱਚ ਵੀ ਕੀ ਆ ਇੱਕ ਜਿਹੜੀ ਭਾਸ਼ਾ ਤੇ ਪਕੜ ਆ ਉਹ ਬਣਾਈ ਜਾ ਸਕਦੀ ਆ। ਆਪਾਂ ਇੱਥੇ ਗੱਲ ਕਰ ਰਹੇ ਹਾਂ ਭਾਸ਼ਾ ਦੀ, ਲੈਂਗੁਏਜਸ ਦੀ ਗੱਲ ਕਰ ਰਹੇ ਹਾਂ। ਤਾਂ ਲੈਂਗੁਏਜਸ ਵਿੱਚ ਕਿਵੇਂ ਹੋ ਸਕਦਾਗਾ, ਤਾਂ ਪ੍ਰੋਜੈਕਟ ਵਿਧੀ ਦੁਆਰਾ ਲੈਂਗੁਏਜ ਦੀ ਅਗਰ ਆਪਾਂ ਕਿਸੇ ਹੋਰ ਵਿਸ਼ੇ ਤੇ ਵੀ ਪ੍ਰੋਜੈਕਟ ਬਣਾ ਰਹੇ ਹਾਂ ਤਾਂ ਭਾਸ਼ਾ ਵਿੱਚੋਂ ਕੀ ਸਹਾਇਤਾ ਕਰਦਾ, ਕਿ ਭਾਸ਼ਾ ਸਿੱਖਣ ਲਈ ਉਹਦੇ ਵਿੱਚ ਕੀ ਰੋਲ ਆ ਉਸ ਪ੍ਰੋਜੈਕਟ ਦਾ। ਦੇਖੋ ਪ੍ਰੋਜੈਕਟ ਵਿੱਚ ਭਾਸ਼ਾ ਯੂਜ਼ ਹੁੰਦੀ ਹੈ, ਚਾਹੇ ਉਹ ਪੰਜਾਬੀ ਹੋਵੇ, ਚਾਹੇ ਉਹ ਹਿੰਦੀ ਹੋਵੇ, ਚਾਹੇ ਉਹ ਇੰਗਲਿਸ਼ ਹੋਵੇ।
ਐਨੀ ਲੈਂਗੁਏਜ ਆਪਾਂ ਗੱਲ ਕਰ ਲਾ ਕੋਈ ਵੀ ਭਾਸ਼ਾ ਤੇ ਆਪਾਂ ਇੱਥੇ ਪੰਜਾਬੀ ਕਰ ਰਹੇ ਹਾਂ ਤਾਂ ਆਪਾਂ ਇੱਥੇ ਪੰਜਾਬੀ ਨੂੰ ਮੁੱਖ ਰੱਖ ਕੇ ਚੱਲਾਂਗੇ। ਦੇਖੋ ਹੁਣ ਅਗਰ ਆਪਾਂ ਬੱਚਿਆਂ ਨੂੰ ਪ੍ਰੋਜੈਕਟ ਬਣਾਉਣਾ ਦਿੱਤਾ, ਉਹ ਚਾਹੇ ਸਾਇੰਸ ਦਾ ਹੋਵੇ ਚਾਹੇ ਉਹ ਸੋਸ਼ਲ ਸਾਇੰਸ ਦਾ ਹੋਵੇ, ਤੇ ਉਹਦੇ ਵਿੱਚ ਜਿਹੜੀ ਭਾਸ਼ਾ ਉਹਦਾ ਮੀਡੀਅਮ ਆਪਾਂ ਪੰਜਾਬੀ ਰੱਖਿਆ, ਤਾਂ ਫਿਰ ਉੱਥੇ ਕੀ ਹੁੰਦਾ ਗਾ, ਉਹ ਪੰਜਾਬੀ ਦਾ ਜਿਹੜਾ ਉਚਾਰਨ ਕਰਦਾ ਗਾ, ਪ੍ਰੋਨਾਂਸੀਏਸ਼ਨ ਜਿਹੜੀ ਉਹਦੀ ਉਹ ਸੁਧਰਦੀ ਹੁੰਦੀ ਆ। ਤੇ ਇਸ ਮੈਥਡ ਜਿਹੜਾ ਪ੍ਰੋਜੈਕਟ ਮੈਥਡ ਇਹਦੇ ਦੁਆਰਾ ਕੀ ਹੁੰਦਾ ਗਾ, ਪੰਜਾਬੀ ਭਾਸ਼ਾ ਦੇ ਜਿਹੜੇ ਵੱਖ-ਵੱਖ ਜਿਹੜੇ ਉਹਦੇ ਤੱਤ ਨੇ, ਜਿਹੜੇ ਵੱਖ-ਵੱਖ ਉਹਦੇ ਕੰਪੋਨੈਂਟ ਨੇ, ਜਿਵੇਂ ਕਿ ਉਚਾਰਨ ਹੋ ਗਿਆ, ਵਾਚਨ ਹੋ ਗਿਆ, ਵਾਰਤਾਲਾਪ ਹੋ ਗਿਆ, ਤੇ ਉਹਦਾ ਮੌਲਿਕ ਤੇ ਲਿਖਿਤ ਦੋਨੇ ਤਰ੍ਹਾਂ ਦਾ ਰੂਪ ਹੋ ਜਾਂਦਾ ਕਿ ਉਹਦੇ ਵਿੱਚ ਬੱਚਿਆਂ ਨੂੰ ਨਾਲ ਦੀ ਨਾਲ ਕੀ ਆ ਲਿਖਣਾ ਵੀ ਪੈਂਦਾ ਕਿ ਉਹ ਕਿਵੇਂ ਸਟੈਪ ਬਾਈ ਸਟੈਪ ਜਿਹੜਾ ਆਪਣਾ ਕੰਮ ਕਰਦੇ ਨੇ, ਤੇ ਉਹਨਾਂ ਦਾ ਬਹੁਤ ਸਾਰਾ ਜਿਹੜਾ ਉੱਥੇ ਅਭਿਆਸ ਹੋ ਜਾਂਦਾ ਗਾ। ਇਸ ਕਰਕੇ ਅਸੀਂ ਭਾਸ਼ਾ ਦੇ ਰਿਗਾਰਡਿੰਗ ਬਹੁਤ ਸਾਰੇ ਜਿਹੜੇ ਪ੍ਰੋਜੈਕਟ ਨੇ ਉਹ ਰੱਖ ਸਕਦੇ ਹਾਂ, ਜਿਵੇਂ ਕਿ ਕਿਸੇ ਸਾਹਿਤਕਾਰ ਦੀ ਜੀਵਨੀ ਬਾਰੇ ਬੱਚਿਆਂ ਨੇ ਕਿਸੇ ਨਾਟਕ ਵਗੈਰਾ ਖੇਡ ਕੇ ਦਿਖਾਉਣਾ, ਜਾਂ ਫਿਰ ਕੋਈ ਸਾਹਿਤਿਕ ਗੋਸ਼ਟੀ ਕਰਨੀ, ਜਾਂ ਫਿਰ ਜਿਵੇਂ ਕੋਈ ਕਵੀ ਸੰਮੇਲਨ ਹੋ ਗਿਆ। ਇਸ ਤਰੀਕੇ ਦੀਆਂ ਜਿਹੜੀਆਂ ਚੀਜ਼ਾਂ ਨੇ ਇਹ ਵੀ ਕੀ ਆ ਜਾਂਦੀਆਂ ਨੇ, ਇਹ ਪ੍ਰੋਜੈਕਟ ਵਿਧੀ ਵਿੱਚ ਆ ਜਾਂਦੀਆਂ ਨੇ। ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਜੇਕਰ ਬੱਚਿਆਂ ਨੂੰ ਆਪਾਂ ਇੱਕ ਜੀਵਨੀ ਦੇ ਰਹੇ ਹਾਂ ਕਿਸੇ ਵਿਅਕਤੀ ਦੀ, ਉਹਨੂੰ ਆਪਾਂ ਕਹਿ ਰਹੇ ਹਾਂ ਕਿ ਤੁਸੀਂ ਪਾਤਰ ਬਣ ਕੇ ਉਹਦਾ ਜਿਹੜਾ ਜੀਵਨ ਬਿਰਤਾਂਤ ਆ ਉਹ ਪ੍ਰੋਪਰ ਖੇਡ ਕੇ ਸੁਣਾਓ। ਉਹਦੇ ਵਿੱਚ ਲਿਖ ਕੇ ਨਹੀਂ, ਨਾ ਹੀ ਬੋਲ ਕੇ, ਤੁਸੀਂ ਪ੍ਰੋਪਰ ਉਹਨੂੰ ਖੇਡ ਕੇ ਉਹਦੇ ਪਾਤਰ ਨੇ ਜਿਹੜੇ ਉਹ ਬਣ ਕੇ ਤੁਸੀਂ ਉਹਨੂੰ ਐਕਚੁਅਲ ਵਿੱਚ ਉਹਨੂੰ ਜਿਹੜਾ ਇੱਕ ਪ੍ਰੈਕਟੀਕਲ ਚੀਜ਼ ਉਹਨੂੰ ਕਰਕੇ ਦਿਖਾਓ। ਤੇ ਆਪਾਂ ਇੱਥੇ ਇੱਕ ਨਾਟਕ ਨੂੰ ਲੈ ਕੇ ਜਿਹੜੀ ਉਹਦੀ ਕਾਰਜ ਪ੍ਰਕਿਰਿਆ ਉਹ ਦੱਸਦੇ ਹਾਂ ਕਿ ਜਿਹੜਾ ਪ੍ਰੋਜੈਕਟ ਮੈਥਡ ਦੇ ਅੰਦਰ ਆਪਾਂ ਉਹਨੂੰ ਇੱਕ ਨਾਟਕ ਕਰਨ ਲਈ ਕਹਿ ਰਹੇ ਹਾਂ, ਤਾਂ ਉਹਦੇ ਵਿੱਚ ਕੀ ਉਹਦੀ ਜਿਹੜੀ ਪ੍ਰਕਿਰਿਆ ਉਹ ਹੋ ਸਕਦੀ ਹੈ। ਤਾਂ ਉਹਦੀ ਆਪਾਂ ਨਾਟਕ ਦੀ ਪ੍ਰਕਿਰਿਆ ਦੀ ਗੱਲ ਕਰਦੇ ਹਾਂ। ਆਪਾਂ ਨਾਟਕ ਲਈ ਜਿਹੜੀ ਕਾਰਜ ਪ੍ਰਕਿਰਿਆ ਹੈਗੀ ਆ, ਅਗਰ ਬੱਚੇ ਨਾਟਕ ਕਰ ਰਹੇ ਆ ਤਾਂ ਨਾਟਕ ਦੀ ਜਿਹੜੀ ਕਾਰਜ ਪ੍ਰਕਿਰਿਆ ਹੈਗੀ ਆ, ਨਾਟਕ ਦੀ ਕਾਰਜ ਪ੍ਰਕਿਰਿਆ ਦੀ ਆਪਾਂ ਗੱਲ ਕਰਾਂਗੇ ਕਿ ਨਾਟਕ ਦੀ ਕਰਦੇ ਸਮੇਂ ਕਿਹੜੀਆਂ ਜਿਹੜੀਆਂ ਪ੍ਰਕਿਰਿਆ ਉੱਥੇ ਉਹ ਹੋ ਸਕਦੀਆਂ ਨੇ। ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਨਾਟਕ ਦੀ ਚੋਣ ਦੀ, ਕਿ ਸਾਨੂੰ ਜਿਹੜੇ ਨਾਟਕ ਦੀ ਚੋਣ ਆ ਉਹ ਬੜੇ ਹੀ ਸੁਚੱਜੇ ਢੰਗ ਨਾਲ ਕਰਨੀ ਚਾਹੀਦੀ ਹੈ। ਨਾਟਕ ਦੀ ਚੋਣ ਸੁਚੱਜੇ ਢੰਗ ਨਾਲ ਕਿਵੇਂ ਹੋਊਗੀ, ਕੀ ਗੱਲਾਂ ਧਿਆਨ 'ਚ ਰੱਖਣੀਆਂ ਨੇ, ਬੱਚਿਆਂ ਦਾ ਜਿਹੜਾ ਮਾਨਸਿਕ ਪੱਧਰ ਆ ਉਹ ਧਿਆਨ ਵਿੱਚ ਰੱਖਣਾ ਬਹੁਤ ਹੀ ਜ਼ਿਆਦਾ ਜਿਹੜੀ ਸਭ ਤੋਂ ਜ਼ਰੂਰੀ ਗੱਲ ਹੈ। ਕਿਉਂਕਿ ਜਦੋਂ ਅਸੀਂ ਬੱਚੇ ਨੂੰ ਕੋਈ ਛੋਟੀ ਉਮਰ ਦੇ ਬੱਚੇ ਨੂੰ ਔਖੀ ਚੀਜ਼ ਦੇ ਦਿੰਦੇ ਹਾਂ ਤਾਂ ਉਹ ਕੀ ਉਹ ਪ੍ਰੋਪਰ ਰੂਪ ਨਾਲ ਜਿਹੜਾ ਨਹੀਂ ਕਰ ਸਕਦਾ। ਇਸ ਕਰਕੇ ਉਹਦੀ ਨਾਟਕ ਦੀ ਚੋਣ ਇਹੋ ਜਿਹੀ ਹੋਣੀ ਚਾਹੀਦੀ ਹੈ ਜਿਹਦੇ ਵਿੱਚ ਉਹਦੇ ਜਿਹੜੇ ਪਾਤਰ ਨੇ ਉਹ ਸੌਖੇ ਹੋਣ, ਤੇ ਉਹਦੇ ਵਿੱਚ ਜਿਹੜੀ ਭਾਸ਼ਾ ਯੂਜ਼ ਕੀਤੀ ਗਈ ਆ ਉਹ ਵਧੀਆ ਹੋਵੇ, ਸਰਲ ਹੋਵੇ, ਤੇ ਉਹਦੀ ਜਿਹੜੀ ਭਾਸ਼ਾ ਦੀ ਯੋਗਤਾ ਉਹ ਨਿਖਰ ਕੇ ਸਾਹਮਣੇ ਆਵੇ, ਤੇ ਸਾਹਿਤਪਤੀ ਜਿਹੜੀ ਉਹਦੀ ਰੁਚੀ ਆ ਉਹ ਪੈਦਾ ਹੋਵੇ। ਕੋਈ ਬੋਰਿੰਗ ਨਾਟਕ ਉਹਨੂੰ ਨਹੀਂ ਚੂਜ਼ ਕਰਕੇ ਦੇਣਾ ਚਾਹੀਦਾ। ਇਸ ਕਰਕੇ ਨਾਟਕ ਦੀ ਜਿਹੜੀ ਚੋਣ ਆ ਉਹ ਬਹੁਤ ਹੀ ਜ਼ਿਆਦਾ ਧਿਆਨ ਵਿੱਚ ਰੱਖਣੀ ਚਾਹੀਦੀ ਹੈ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਪੂਰਵ ਅਭਿਆਸ। ਪੂਰਵ ਅਭਿਆਸ ਨੂੰ ਜਦੋਂ ਬੱਚਿਆਂ ਨੇ ਨਾਟਕ ਖੇਲਣਾ ਗਾ ਤਾਂ ਉਹਦੀ ਜਿਹੜੀ ਪ੍ਰੈਕਟਿਸ ਆ ਉਹ ਕਾਫੀ ਦਿਨ ਪਹਿਲਾਂ ਤੋਂ ਕਰਨੀ ਸਟਾਰਟ ਕਰ ਦਿੰਦੇ ਨੇ। ਤਾਂ ਉਹ ਪ੍ਰੈਕਟਿਸ ਦਾ ਕੀ ਫਾਇਦਾ ਹੁੰਦਾ ਹੈ, ਜਿਹੜਾ ਭਾਸ਼ਾ ਦਾ ਮੌਲਿਕ ਰੂਪ ਉਹ ਤੇ ਉਹਦੀ ਪਕੜ ਬਣਦੀ ਆ, ਭਾਸ਼ਾ ਦਾ ਜਿਹੜਾ ਉਚਾਰਨ ਉਹ ਸੋਧਿਆ ਜਾਂਦਾ ਹੈ, ਜਿਹੜੀ ਵਿਆਕਰਣ ਆ ਉਹ ਸ਼ੁੱਧ ਹੋ ਜਾਂਦਾ। ਕਿੱਥੇ ਅਸ਼ੁੱਧੀਆਂ ਨੇ ਤਾਂ ਅਧਿਆਪਕ ਦੁਆਰਾ ਬਾਰ-ਬਾਰ ਬੱਚਿਆਂ ਨੂੰ ਦੱਸਿਆ ਜਾਂਦਾ ਕਿ ਉਹਦੀਆਂ ਜਿਹੜੀਆਂ ਅਸ਼ੁੱਧੀਆਂ ਨੇ ਉਹ ਦੂਰ ਕੀਤੀਆਂ ਜਾਂਦੀਆਂ ਨੇ, ਉਹ ਸ਼ੁੱਧ ਭਾਸ਼ਾ ਨੂੰ ਜਿਹੜਾ ਬੋਲਣਾ ਸਿੱਖ ਜਾਂਦਾ। ਦੂਸਰਾ ਉਹਨੂੰ ਜਿਹੜੀ ਵਾਰਤਾਲਾਪ ਹੈ ਉਹ ਕਰਨੀ ਆ ਜਾਂਦੀ ਹੈ, ਕਿਉਂਕਿ ਇੱਕ ਜਿਹੜੀ ਫਾਰਮਲ ਤੇ ਇਨਫਾਰਮਲ ਵਾਰਤਾਲਾਪ ਵਿੱਚ ਬਹੁਤ ਜ਼ਿਆਦਾ ਅੰਤਰ ਹੁੰਦਾ ਗਾ, ਤੇ ਉਹ ਜਿਹੜਾ ਵਾਰਤਾਲਾਪ ਕਰਨ ਦਾ ਤਰੀਕਾ ਉਹ ਸਿੱਖ ਲੈਂਦਾ ਗਾ। ਅੱਗੇ ਆਪਾਂ ਗੱਲ ਕਰਦੇ ਉਹਦੇ ਵਿੱਚ ਹੋਰ ਕਿਹੜੀ ਪ੍ਰਕਿਰਿਆ ਹੁੰਦੀ ਆ, ਜਿਵੇਂ ਸੱਦਾ ਭੇਜਣਾ, ਸੱਦਾ ਪੱਤਰ ਭੇਜਣਾ। ਸੱਦਾ ਭੇਜਣਾ, ਹੁਣ ਮੰਨ ਲਓ ਕਿ ਕਿਸੇ ਆਪਾਂ ਸਪੈਸ਼ਲ ਕਲਾਸ ਦੇ ਬੱਚਿਆਂ ਨੂੰ 7ਵੀਂ 8ਵੀਂ ਜਾਂ 10ਵੀਂ ਜਾਂ 11ਵੀਂ ਕਿਸੇ ਵੀ ਕਲਾਸ ਦੇ ਬੱਚਿਆਂ ਤੋਂ ਆਪਾਂ ਨਾਟਕ ਕਰਵਾ ਰਹੇ ਹਾਂ, ਤਾਂ ਉਹਦੇ ਵਿੱਚ ਕਿੰਨੀ ਕਲਾਸ ਦੇ ਬੱਚੇ ਨਾਟਕ ਕਰ ਰਹੇ ਨੇ, ਪਰ ਜਿਹੜੀ ਮਿਤੀ ਨੂੰ ਨਾਟਕ ਕਰਨਾ ਉਹਦੇ ਲਈ ਬੱਚੇ ਕੀ ਕਰਦੇ ਨੇ, ਦੂਸਰੀਆਂ ਕਲਾਸ ਦੇ ਬੱਚਿਆਂ ਨੂੰ ਵੀ ਸੱਦਾ ਦਿੰਦੇ ਨੇ। ਜਿਹੜੇ ਸਕੂਲ ਦੇ ਅਧਿਆਪਕ ਹੁੰਦੇ ਨੇ ਜਾਂ ਮੁੱਖ ਅਧਿਆਪਕ ਹੁੰਦਾ ਜਾਂ ਹੋਰ ਵੀ ਜਿੰਨਾ ਵੀ ਸਟਾਫ ਹੁੰਦਾ, ਸਭ ਨੂੰ ਕੀ ਕਰਦੇ ਨੇ, ਇੱਕ ਸੱਦਾ ਪੱਤਰ ਭੇਜਦੇ ਨੇ। ਤਾਂ ਇੱਕ ਮੀਨਸ ਉੱਥੇ ਇੱਕ ਕਾਰਡ ਬਣਾ ਕੇ ਉਹ ਸਭ ਨੂੰ ਜਿਹੜਾ ਇਨਵਾਈਟ ਕਰਦੇ ਨੇ। ਤਾਂ ਉਹਦੇ ਵਿੱਚ ਕੀ ਹੁੰਦਾ ਗਾ, ਫਿਰ ਉਹਨਾਂ ਨੂੰ ਲਿਖਣਾ ਪੈਂਦਾ ਗਾ। ਉੱਥੇ ਲਿਖਣ ਨਾਲ ਕੀ ਹੁੰਦਾ, ਉਹਨਾਂ ਦਾ ਜਿਹੜਾ ਲਿਖਤੀ ਜਿਹੜਾ ਰੂਪ ਹੈ ਭਾਸ਼ਾ ਦਾ ਉਹ ਸੁਧਰ ਜਾਂਦਾ ਗਾ। ਉਹਨੂੰ ਜਿਹੜੀ ਰਚਨਾਤਮਕ ਲਿਖਾਈ ਹੈ
ਉਹਦੇ ਉੱਤੇ ਜ਼ੋਰ ਦਿੱਤਾ ਜਾਂਦਾ ਤੇ ਉਹਨੂੰ ਰਚਨਾਤਮਕ ਜਿਹੜੀ ਲਿਖਾਈ ਦਾ ਉਹ ਮਤਲਬ ਪਤਾ ਲੱਗਦਾ ਤੇ ਰਚਨਾਤਮਕ ਲਿਖਾਈ ਕੀਤੀ ਕਿਵੇਂ ਜਾਂਦੀ ਉਹਦੇ ਬਾਰੇ ਵੀ ਜਿਹੜੀ ਉਹਨੂੰ ਨੌਲੇਜ ਹੁੰਦੀ ਆ ਤੇ ਉਹਦੀਆਂ ਜਿਹੜੀਆਂ ਰਚਨਾਤਮਕ ਰੁਚੀਆਂ ਨੇ ਉਹਦਾ ਜਿਹੜਾ ਵਿਕਾਸ ਹੁੰਦਾ ਗਾ। ਅੱਗੇ ਆਪਾਂ ਗੱਲ ਕਰਦੇ ਹਾਂ ਨਾਟਕ ਪ੍ਰਚਾਰ ਦੀ। ਨਾਟਕ ਪ੍ਰਚਾਰ, ਹੁਣ ਦੇਖੋ ਕੋਈ ਵੀ ਚੀਜ਼ ਕਰਨੀ ਆਪਾਂ ਉਹਦੇ ਜ਼ਰੂਰੀ ਨਾ ਪ੍ਰਚਾਰ ਜ਼ਰੂਰ ਕਰਦੇ ਹੁੰਦੇ ਆਪਾਂ ਗੱਲ ਕਰ ਲਓ ਕੋਈ ਵੀ ਮੂਵੀ ਆਉਂਦੀ ਉਹਦਾ ਪ੍ਰਚਾਰ ਹੋ ਗਿਆ, ਕੋਈ ਵੀ ਰੰਗਮੰਚ ਦਾ ਥੀਏਟਰ ਦਾ ਕੋਈ ਕੰਮ ਹੁੰਦਾ ਉੱਥੇ ਨਾ ਉਹਦਾ ਪ੍ਰਚਾਰ ਕਰਦੇ ਹੁੰਦੇ ਨੇ। ਤਾਂ ਜਦੋਂ ਉਹਦਾ ਪ੍ਰਚਾਰ ਕਿਸ ਤਰੀਕੇ ਨਾਲ ਹੁੰਦਾ, ਉਹਦੇ ਵੱਖ-ਵੱਖ ਜਿਹੜੇ ਪੋਸਟਰ ਆ ਉਹ ਬਣਾਏ ਜਾਂਦੇ ਨੇ, ਉਹਦੇ ਚਾਰਟ ਨੇ ਉਹ ਬਣਾਏ ਜਾਂਦੇ ਨੇ ਤੇ ਉੱਥੇ ਉਹਦੇ ਵਿੱਚ ਪ੍ਰੋਪਰ ਉਹਨੂੰ ਲਿਖਿਆ ਜਾਂਦਾ ਗਾ। ਤਾਂ ਜਿਹੜਾ ਕੀ ਹੈਲਪ ਕਰਦਾ ਗਾ ਉਹਦੀਆਂ ਜਿਹੜੀਆਂ ਵਿਆਕਰਨਿਕ ਅਸ਼ੁੱਧੀਆਂ ਨੇ ਉਹਨੂੰ ਦੂਰ ਕਰਨ ਵਿੱਚ ਸਹਾਇਤਾ ਕਰਦਾ। ਜਿਹੜੀ ਉਹਦੀ ਲਿਖਾਈ ਆ ਉਹ ਕੀ ਆ ਆਪਾਂ ਉੱਭਰ ਕੇ ਸਾਹਮਣੇ ਆਉਂਦੀ ਆ। ਤਾਂ ਇੱਕ ਵਧੀਆ ਲਿਖਾਈ ਵਾਸਤੇ ਕੀ ਹੁੰਦਾ ਗਾ, ਉਹ ਜਿਹੜੇ ਚਾਰਟ ਵਗੈਰਾ ਜਾਂ ਪੋਸਟਰ ਵਗੈਰਾ ਬਣਾਏ ਜਾਂਦੇ ਨੇ ਉਹ ਬੱਚੇ ਦੀ ਇੱਕ ਤਾਂ ਲਿਖਾਈ ਵਧੀਆ ਕਰਦੇ ਨੇ, ਉਹਦੀਆਂ ਵਿਆਕਰਨਿਕ ਜਿਹੜੀਆਂ ਅਸ਼ੁੱਧੀਆਂ ਹੁੰਦੀਆਂ ਨੇ ਉਹ ਦੂਰ ਕਰਦੇ ਨੇ, ਦੂਸਰਾ ਉਹਦੀ ਜਿਹੜੀ ਲਿਖਣ ਦੀ ਜਿਹੜੀ ਸਪੀਡ ਆ ਉਹਦੇ ਵਿੱਚ ਜਿਹੜਾ ਵਾਧਾ ਹੁੰਦਾ ਗਾ ਉਹਦੀ ਵੀ ਬਹੁਤ ਜ਼ਿਆਦਾ ਜਿਹੜੀ ਸਹਾਇਤਾ ਹੁੰਦੀ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਰੰਗਮੰਚ ਉੱਤੇ ਖੇਡਣਾ। ਰੰਗਮੰਚ ਉੱਤੇ ਖੇਡਣਾ ਭਾਸ਼ਾ ਸਿੱਖਣ ਵਿੱਚ ਕਿਵੇਂ ਜਿਹੜਾ ਸਹਾਇਤਾ ਕਰਦਾ ਗਾ। ਦੇਖੋ ਜਦੋਂ ਰੰਗਮੰਚ ਉੱਤੇ ਖੇਡਣਾ ਗਾ, ਸਟੇਜ ਉੱਤੇ ਜਾ ਕੇ ਪਰਫਾਰਮੈਂਸ ਦੇਣੀ ਤੇ ਉਦੋਂ ਪਰਫਾਰਮੈਂਸ ਉਹ ਭਾਸ਼ਾ ਵਿੱਚ ਕੀ ਹੈਲਪ ਕਰਦੀ ਆ। ਦੇਖੋ ਜਦੋਂ ਇੱਕ ਸੂਚੀ ਤਿਆਰ ਕਰਦੇ ਨੇ, ਫਿਰ ਜਦੋਂ ਰੰਗਮੰਚ ਉੱਤੇ ਖੇਡਾਂ ਹਰ ਇੱਕ ਤਰ੍ਹਾਂ ਦੀ ਸੂਚੀ ਹੁੰਦੀ ਆ, ਕਿੰਨੇ ਵਿਦਿਆਰਥੀ ਇਹਦੇ ਵਿੱਚ ਪਾਰਟਿਸਿਪੇਟ ਕਰ ਰਹੇ ਨੇ, ਕਿਹੜਾ ਵਿਦਿਆਰਥੀ ਕਿਹੜੇ ਜਿਹੜੇ ਪਾਤਰ ਦਾ ਉਹ ਰੋਲ ਅਦਾ ਕਰ ਰਿਹਾ, ਕਿੰਨੇ ਕੁ ਮੈਂਬਰ ਇੱਥੇ ਜਿਹੜੇ ਦੇਖਣ ਆ ਸਕਦੇ ਨੇ ਤੇ ਉੱਥੇ ਉਹਨਾਂ ਦੇ ਬੈਠਣ ਦਾ ਜਿਹੜਾ ਇੰਤਜ਼ਾਮ ਉਹ ਵੀ ਕੀਤਾ ਜਾਂਦਾ ਗਾ। ਤੇ ਉਹ ਸਾਰੀਆਂ ਤਿਆਰੀਆਂ ਰੰਗਮੰਚ ਉੱਤੇ ਖੇਡਣ ਤੋਂ ਪਹਿਲਾਂ ਜਿਹੜੀਆਂ ਸਾਰੀਆਂ ਤਿਆਰੀਆਂ ਹੁੰਦੀਆਂ ਨੇ ਉਹ ਵੀ ਕੀ ਵਿਦਿਆਰਥੀਆਂ ਦੁਆਰਾ ਕੀਤੀਆਂ ਜਾਂਦੀਆਂ ਨੇ। ਕਲਾਸ ਦੇ ਵਿਦਿਆਰਥੀ ਜਿਹੜਾ ਰਲ ਮਿਲ ਕੇ ਉੱਥੇ ਕਰਦੇ ਨੇ। ਇੱਕ ਸਟੇਜ ਦੀ ਜਿਹੜੀ ਤਿਆਰੀ ਆ ਪ੍ਰੋਪਰ ਆਪਾਂ ਕਹਿ ਦਈਏ ਉਹਨੂੰ ਡੈਕੋਰੇਟ ਕੀਤਾ ਜਾਂਦਾ, ਜਿਹੜੇ ਮਹਿਮਾਨ ਨੇ ਜਿਹੜੇ ਗੈਸਟ ਆਉਣੇ ਨੇ ਉਹਦੇ ਬੈਠਣ ਲਈ ਚੇਅਰਸ ਵਗੈਰਾ ਲਗਾਉਣ ਦਾ ਇੰਤਜ਼ਾਮ ਕੀਤਾ ਜਾਂਦਾ। ਇੱਥੇ ਬੱਚੇ ਇੱਕ ਤਾਂ ਰਲ ਮਿਲ ਕੇ ਕੰਮ ਕਰਨਾ ਜਿਹੜਾ ਉੱਥੇ ਸਿੱਖਦੇ ਨੇ। ਦੂਜੀ ਗੱਲ ਜਿਹੜੀ ਉਹਨਾਂ ਦੀ ਲਿਸਟਾਂ ਵਗੈਰਾ ਤਿਆਰ ਕਰੀਆਂ ਜਾਂਦੀਆਂ ਨੇ ਉਹ ਵੀ ਕਿਸੇ ਭਾਸ਼ਾ 'ਚ ਹੀ ਲਿਖੀ ਜਾਂਦੀਆਂ ਨੇ। ਤਾਂ ਉੱਥੇ ਕੀ ਉਹਨਾਂ ਦੀ ਉੱਥੇ ਵੀ ਜਿਹੜੀ ਭਾਸ਼ਾ ਹੈਗੀ ਆ ਲਿਖਤੀ ਰੂਪ ਲਾ ਲਓ ਤੇ ਉਹ ਵੀ ਜਿਹੜਾ ਬਹੁਤ ਹੀ ਜ਼ਿਆਦਾ ਯੋਗਦਾਨ ਪਾਉਂਦਾ ਗਾ। ਫਿਰ ਜਦੋਂ ਖੇਡਣ ਦੀ ਵਾਰੀ ਆਉਂਦੀ ਆ ਉੱਥੇ ਵਾਰਤਾਲਾਪ ਹੁੰਦਾ ਗਾ। ਉੱਥੇ ਕੀ ਹੈ ਜਿਹੜੀ ਸ਼ੁੱਧ ਭਾਸ਼ਾ ਗੀ ਉਹ ਬੋਲਣੀ ਜ਼ਰੂਰੀ ਹੁੰਦੀ ਆ, ਕਿਉਂਕਿ ਉੱਥੇ ਗਲਤੀਆਂ ਵਾਸਤੇ ਕੋਈ ਗੁੰਜਾਇਸ਼ ਨਹੀਂ ਛੱਡੀ ਹੁੰਦੀ। ਪਹਿਲਾਂ ਪ੍ਰੈਕਟਿਸ ਕਰ ਰਹੇ ਹੁੰਦੇ ਨੇ ਤਾਂ ਫਿਰ ਉੱਥੇ ਉਹ ਬਹੁਤ ਸਾਰੇ ਜਿਹੜੇ ਲੋਕ ਉਹਨਾਂ ਨੂੰ ਦੇਖਣ ਆਏ ਹੁੰਦੇ ਨੇ। ਤਾਂ ਹਰ ਪਾਤਰ ਦਾ ਜਿਹੜਾ ਰੋਲ ਆ ਉਹ ਬੜੇ ਢੰਗ ਤਰੀਕੇ ਨਾਲ ਨਿਭਾਉਣਾ ਪੈਂਦਾ ਤੇ ਜਿਹੜੀ ਭਾਸ਼ਾ ਉੱਥੇ ਯੂਜ਼ ਕਰਨੀ ਆ ਉਹ ਸ਼ੁੱਧ ਤੇ ਜਿਹੜੀ ਸਪਸ਼ਟ ਭਾਸ਼ਾ ਉੱਥੇ ਯੂਜ਼ ਕਰਨੀ ਹੁੰਦੀ ਆ। ਤਾਂ ਇਸ ਕਰਕੇ ਰੰਗਮੰਚ ਉੱਤੇ ਖੇਡਣ ਨਾਲ ਦੀ ਜਿਹੜਾ ਆਪਾਂ ਕਹਿ ਸਕਦੇ ਹਾਂ ਜਿਹੜੀ ਭਾਸ਼ਾ ਆਪਾਂ ਸਿੱਖ ਸਕਦੇ ਹਾਂ, ਭਾਸ਼ਾ ਦਾ ਜਿਹੜਾ ਸ਼ੁੱਧ ਰੂਪ ਉਹ ਸਿੱਖਣ ਵਿੱਚ ਜਿਹੜੀ ਕਾਫੀ ਹੈਲਪ ਹੋ ਜਾਂਦੀ ਆ। ਅੱਗੇ ਆਪਾਂ ਗੱਲ ਕਰਦੇ ਹਾਂ ਅੰਤਿਮ ਰਿਪੋਰਟ ਤੇ ਰਿਕਾਰਡ। ਅੰਤਿਮ ਰਿਪੋਰਟ ਅਤੇ ਰਿਕਾਰਡਿੰਗ। ਅੰਤਿਮ ਰਿਪੋਰਟ ਤੇ ਰਿਕਾਰਡਿੰਗ ਨਹੀਂ ਰਿਕਾਰਡ। ਤਾਂ ਅੰਤਿਮ ਰਿਪੋਰਟ ਤੇ ਰਿਕਾਰਡ ਤੋਂ ਕੀ ਭਾਵ ਹੈ ਕਿ ਜਿੰਨੀ ਵੀ ਆਪਾਂ ਜਿਹੜਾ ਨਾਟਕ ਪ੍ਰਣਾਲੀ ਕੀਤੀ ਸੀ ਉਹਦੇ ਵਿੱਚ ਕੀ ਕੀਤਾ, ਕਿਵੇਂ ਕੀਤਾ, ਹਰ ਇੱਕ ਜਿਹੜਾ ਰਿਕਾਰਡ ਹੁੰਦਾ ਗਾ ਤੇ ਹਰ ਇੱਕ ਜਿਹੜੀ ਰਿਪੋਰਟ ਹੁੰਦੀ ਆ ਉਹ ਵੀ ਇੱਕ ਬਣਾਈ ਜਾਂਦੀ ਆ। ਉਹ ਵੀ ਕੀ ਕਰਦੇ ਆ ਆਪਾਂ ਲਿਖ ਕੇ ਬਣਾ ਕੇ ਉਹਨੂੰ ਸਾਂਭ ਕੇ ਰੱਖਦੇ ਆ। ਤਾਂ ਉਹਦੇ ਵਿੱਚ ਵੀ ਕੀ ਹੁੰਦਾ ਗਾ ਉੱਥੇ ਭਾਸ਼ਾ ਦਾ ਜਿਹੜਾ ਯੂਜ਼ ਹੁੰਦਾ ਗਾ। ਉੱਥੇ ਵੀ ਕਿਹੜੀ ਭਾਸ਼ਾ ਕੀ ਹੈਲਪ ਕਰਦੀ ਆ ਉਹਨੂੰ। ਜਦੋਂ ਆਪਾਂ ਕੋਈ ਵੀ ਰਿਪੋਰਟ ਲਿਖਦੇ ਆ, ਰਿਕਾਰਡ ਬਣਾਉਂਦੇ ਆ ਤਾਂ ਉੱਥੇ ਵਿੱਚ ਕੀ ਆ, ਉੱਥੇ ਵਿੱਚ ਗਲਤੀਆਂ ਦੀ ਜਿਹੜੀ ਮਨਜ਼ੂਰੀ ਆ ਉਹ ਨਹੀਂ ਹੁੰਦੀ। ਉੱਥੇ ਹਰ ਇੱਕ ਚੀਜ਼ ਆ ਜਿਹੜੀ ਪਰਫੈਕਟ ਚਾਹੀਦੀ ਹੁੰਦੀ ਆ। ਜਿਹੜਾ ਹਰ ਇੱਕ ਰਿਕਾਰਡ ਹੈ ਉਹ ਪੂਰੇ ਵਧੀਆ ਤਰੀਕੇ ਨਾਲ ਜਿਹੜਾ ਸੰਜੋ ਕੇ ਰੱਖਿਆ ਜਾਂਦਾ। ਤੇ ਇਸ ਕਰਕੇ ਜਿਹੜੀ ਅੰਤਿਮ ਰਿਪੋਰਟ ਤੇ ਰਿਕਾਰਡ ਆ ਉਹ ਵੀ ਕੀ ਆ ਕਿਤੇ ਨਾ ਕਿਤੇ ਜਿਹੜੇ ਭਾਸ਼ਾ ਦੀਆਂ ਅਸ਼ੁੱਧੀਆਂ ਨੂੰ ਦੂਰ ਕਰਨ ਵਿੱਚ ਯੋਗਦਾਨ ਪਾਉਂਦੀ ਆ। ਆਪਣਾ ਬੱਚਿਆਂ ਨੂੰ ਜਿਹੜੀ ਭਾਸ਼ਾ ਸਿੱਖਣ ਵਿੱਚ ਉਹ ਆਪਣਾ ਮਹੱਤਵਪੂਰਨ ਜਿਹੜਾ ਥਾਂ ਗਾ ਉਹ ਅਦਾ ਕਰਦੀ ਆ। ਤਾਂ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਪ੍ਰੋਜੈਕਟ ਮੈਥਡ ਹੈ, ਜਿਹੜੀ ਪ੍ਰੋਜੈਕਟ ਵਿਧੀ ਆ ਉਹ ਇੱਕ ਸਮੱਸਿਆ ਨੂੰ ਲੈ ਕੇ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਕਿ ਬੱਚਿਆਂ ਨੂੰ ਕੋਈ ਸਮੱਸਿਆ ਦਿੱਤੀ ਜਾਂਦੀ ਹੈ ਉਹਦੇ ਉੱਪਰ ਉਹਨਾਂ ਤੋਂ ਜਿਹੜਾ ਕਾਰਜ ਉਹ ਕਰਵਾਇਆ ਜਾਂਦਾ ਹੈਗਾ।
ਇਹਨੂੰ ਸਮੱਸਿਆ ਦਾ ਮਤਲਬ ਇਹ ਨਹੀਂ ਹੈਗਾ ਕਿ ਉਹਨੂੰ ਕੁਐਸਚਨ ਹੱਲ ਕਰਨ ਵਾਸਤੇ ਦਿੱਤੇ ਜਾਂਦੇ ਨੇ। ਸਮੱਸਿਆ ਇੱਕ ਇਹੋ ਜਿਹੀ ਮਤਲਬ ਕਿਸੇ ਸਮੱਸਿਆ ਦਾ ਕਿਸੇ ਵੀ ਜਾਂ ਟੌਪਿਕ ਉਹਨੂੰ ਕੋਈ ਵਿਸ਼ਾ ਵਾਸਤੇ ਦਿੱਤਾ ਜਾਂਦਾ ਹੈ ਜਿਹਦੇ ਉੱਤੇ ਉਹ ਪ੍ਰੋਪਰ ਕੀ ਆ ਕੰਮ ਕਰਕੇ ਲਿਆਉਂਦੇ ਨੇ। ਇੱਕ ਪ੍ਰੈਕਟੀਕਲੀ ਕੰਮ ਹੁੰਦਾ ਗਾ ਉੱਥੇ, ਸਿਰਫ ਉੱਥੇ ਕੀ ਆ ਬੋਲਣ ਜਾਂ ਲਿਖਣ ਦਾ ਕੰਮ ਨਹੀਂ ਹੁੰਦਾ। ਬੋਲਣ ਲਿਖਣ ਦੇ ਨਾਲ ਨਾਲ ਕੀ ਹੈ ਇੱਕ ਪ੍ਰੈਕਟੀਕਲੀ ਜਿਹੜਾ ਕੰਮ ਹੁੰਦਾ ਵਾ ਉੱਥੇ ਕੀਤਾ ਜਾਂਦਾ ਗਾ। ਜਿਵੇਂ ਆਪਾਂ ਹੁਣ ਇੱਕ ਉਦਾਹਰਣ ਦਿੱਤਾ ਗਾ ਕਿ ਜਿਹੜਾ ਅਗਰ ਆਪਾਂ ਕਿਸੇ ਦੀ ਜੀਵਨੀ ਬਿਰਤਾਂਤ ਬਾਰੇ ਗੱਲ ਕਰਦੇ ਹਾਂ, ਵੈਸੇ ਤਾਂ ਨਾਰਮਲ ਕੀ ਹੁੰਦਾ ਪੈਸੇ ਲੈਟਰ ਕਰ ਦਿੰਦੇ ਆ ਕਿਸੇ ਤੇ ਜਿਹੜਾ ਹੈਗਾ ਗਾ ਆਪਾਂ ਇੱਕ ਐਸੇ ਲਿਖ ਦਿੰਦੇ ਆ ਕਿ ਆਪਾਂ ਲੇਖ ਲਿਖਣ ਨੂੰ ਕਹਿ ਦਿੰਦੇ ਆ। ਪਰ ਜਦੋਂ ਪ੍ਰੋਜੈਕਟ ਦੀ ਗੱਲ ਆਉਂਦੀ ਆ ਨਾ ਤਾਂ ਉੱਥੇ ਫਿਰ ਉਹ ਗੱਲ ਹੁੰਦਾ ਗਾ ਕਿ ਤੁਸੀਂ ਸਿਰਫ ਉਹਨੂੰ ਲਿਖਣਾ ਨਹੀਂ ਆ, ਤੁਸੀਂ ਉਹਦਾ ਪੂਰਾ ਪ੍ਰੈਕਟੀਕਲੀ ਉਸਨੂੰ ਖੇਡ ਕੇ ਦਿਖਾਉਣਾ ਗਾ। ਤਾਂ ਪ੍ਰੋਜੈਕਟ ਵਿਧੀ ਦੇ ਅੰਦਰ ਅਗਰ ਆਪਾਂ ਨਾਟਕ ਬੱਚਿਆਂ ਨੂੰ ਕਹਿ ਰਹੇ ਹਾਂ ਜੀਵਨ ਬਿਰਤਾਂਤ ਖੇਡਣ ਲਈ ਕਹਿ ਰਹੇ ਹਾਂ ਤਾਂ ਉਹਦੇ ਵਿੱਚ ਜਿਹੜੀ ਪ੍ਰਕਿਰਿਆ ਉਹ ਹੁੰਦੀ ਆ। ਔਰ ਪ੍ਰੋਜੈਕਟ ਮੈਥਡ ਦੀਆਂ ਜਿਹੜੀਆਂ ਵਿਸ਼ੇਸ਼ਤਾਵਾਂ ਨੇ ਉਹ ਇਹ ਵਿਸ਼ੇਸ਼ਤਾਵਾਂ ਨੇ ਕਿ ਬੱਚੇ ਖੇਡ ਖੇਡ ਵਿੱਚ ਸਿੱਖ ਵੀ ਜਾਂਦੇ ਨੇ ਔਰ ਉਹਨਾਂ ਉੱਪਰ ਬਰਡਨ ਵੀ ਪੈਂਦਾ। ਇਹ ਮਨੋਵਿਗਿਆਨਿਕ ਜਿਹੜੀ ਵਿਧੀ ਤੇ ਆਧਾਰਿਤ ਹੈ ਕਿ ਬੱਚੇ ਦੀਆਂ ਜਿਹੜੀਆਂ ਮਨੋਵਿਗਿਆਨਿਕ ਜ਼ਰੂਰਤਾਂ ਹੁੰਦੀਆਂ ਨੇ ਉਹਨਾਂ ਨੂੰ ਵੀ ਇਹ ਪੂਰਾ ਕਰਦੀ ਆ। ਤੇ ਆਪਣਾ ਜਿਹੜਾ ਅੱਜ ਦਾ ਲੈਕਚਰ ਹੈ ਇਹਦੇ ਵਿੱਚ ਆਪਾਂ ਜਿਹੜਾ ਟੀਚਿੰਗ ਮੈਥਡ ਆ, ਜਿਹੜਾ ਮਾਡਰਨ ਮੈਥਡ ਆਫ ਟੀਚਿੰਗ ਲੈਂਗੁਏਜਿਸ ਆ, ਉਹਦੇ ਵਿੱਚ ਆਪਾਂ ਆਪਣਾ ਇੱਕ ਮੈਥਡ ਕੰਪਲੀਟ ਕੀਤਾ ਜਿਹੜਾ ਆਪਾਂ ਪ੍ਰੋਜੈਕਟ ਮੈਥਡ ਵਿੱਚ ਕੰਪਲੀਟ ਕੀਤਾ। ਨੈਕਸਟ ਲੈਕਚਰ ਵਿੱਚ ਆਪਾਂ ਇੱਕ ਨਵਾਂ ਜਿਹੜਾ ਮੈਥਡ ਆ ਉਹ ਕਰਾਂਗੇ। ਤਾਂ ਅੱਜ ਦਾ ਲੈਕਚਰ ਆਪਣਾ ਇੱਥੇ ਕੰਪਲੀਟ ਹੋ ਰਿਹਾ ਤੇ ਧੰਨਵਾਦ। ਹੈਵ ਅ ਨਾਈਸ ਡੇ। ਨੈਕਸਟ ਲੈਕਚਰ ਆਪਾਂ ਨੈਕਸਟ ਟੌਪਿਕ ਸ਼ੁਰੂ ਕਰਨ ਜਾ ਰਹੇ ਹਾਂ।